एक कांग्रेसी विधायक ਵੱਲੋਂ एक महिला पुलिस अधिकारी ਨੂੰ ਜੁੱਲੀ ਬਿਸਤਰਾ ਬੰਨਣ ਦੀ ਸਲਾਹ ਦੇਣ ਦਾ ਆਡੀਓ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਪਰ ਕੀ ਤੁਹਾਨੂੰ ਪਤਾ ਹੈ ਕਿ ਉਸ ਵਿਧਾਇਕ ਦਾ ਗਨਮੈਨ ਵੀ ਮਾਨ ਨਹੀਂ। ਤੁਸੀਂ ਦੇਖੋ, ਪਹਿਲਾਂ ਇੱਕ ਲੜਕੀ ਨੂੰ ਵਿਆਹ ਦੇ ਝਾਂਸੇ 'ਚ ਲੈ ਕੇ ਉਹਦਾ ਦੁਰਉਪਯੋਗ ਕਰਨਾ ਪੂਰਾ, ਫਿਰ ਉਹਦੇ ਨਾਲ ਜਦੋਂ ਗੱਲ ਵਿਗੜਦੀ ਦਿਖੇ ਫਿਰ ਵਿਆਹ ਵੀ ਕਰਵਾ ਲੈਣਾ, ਫਿਰ ਉਹਦਾ ਐਬੋਰਸ਼ਨ ਵੀ ਕਰਵਾਉਣਾ। ਉਸ ਤੋਂ ਬਾਅਦ ਜਦੋਂ ਲੀਗਲੀ ਵੈਡਲੌਕ 'ਚ ਆ ਕੇ ਇੱਕ ਬੱਚਾ ਹੋਣ ਜਾ ਰਿਹਾ ਸੀਗਾ, ਉਦੋਂ ਬਾਅਦ ਉਸ ਲੜਕੀ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਜਾਂਦਾ ਹੈ। ਬਾਅਦ 'ਚ ਜਦ ਬੱਚਾ ਹੋ ਗਿਆ ਉਹਦੀ ਬੱਚੇ ਦੀ ਸ਼ਕਲ ਵੀ ਨਾ ਦੇਖਣਾ। हाँ, वो क्योंकि ना ਤੁਹਾਡਾ ਨਾਮ ਮੇਰੇ ਖਿਆਲ ਉਹ ਮਿਸਯੂਜ਼ ਕਰ ਰਿਹਾ ਹੈ ਜੀ, ਜਿਸ ਕਰਕੇ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਜਦੋਂ ਆਪਦਾ ਆਪਸੀ ਪਰਿਵਾਰਕ ਡਿਸਪਿਊਟ ਹੈ ਇਹਦੇ 'ਚ, ਕਿਉਂਕਿ ਪੁਲਿਸ ਵਾਲੇ ਨਾ ਕੰਪਲੇਂਟ ਲੈ ਨਹੀਂ ਰਹੇ, ਕਾਰਵਾਈ ਕੋਈ ਹੋ ਨਹੀਂ ਰਹੀ, ਉਹ ਤੁਹਾਡੇ ਨਾਮ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ। ਕੰਪਲੇਂਟਾਂ ਤਾਂ ਬਹੁਤ ਲਈਆਂ ਜੀ। ਉਹ ਹੁਣ ਮੈਡਮ ਇੱਥੇ ਚੱਲ ਰਿਹਾ ਇਹਨਾਂ ਦਾ ਮਸਲਾ, ਉਹਨਾਂ ਨੂੰ ਵੀ ਮੈਂ ਕਿਹਾ ਵੀ ਇਹਨਾਂ ਦਾ ਕੋਈ ਕੰਪਰੋਮਾਈਜ਼ ਕਰਾਈਏ ਜਾਂ ਜੋ ਵੀ ਕਰੀਏ। ਪਰ ਇਹ ਤਾਂ ਸਰ ਮੈਨੂੰ ਵੀ ਨਹੀਂ ਪਤਾ ਕਿਉਂ ਟੌਰਚਰ ਕਰਦੇ ਨੇ। ਮਤਲਬ ਉਹ ਕਹਿੰਦੇ ਨੇ ਵੀ ਅਸੀਂ ਇਹਨੂੰ ਘਰੋਂ ਕੱਢਣਾ ਚਾਹੁੰਦੇ ਆ, ਘਰੋਂ ਕੱਢ ਕੇ ਹੋਰ ਮੈਰਿਜ ਮਤਲਬ ਕਰਾਉਣਾ ਚਾਹੁੰਦਾ ਹੈ ਵੀ ਵਧੀਆ ਘਰ ਵਿੱਚ, ਜਿੱਥੇ ਉਹਨਾਂ ਨੂੰ ਕਾਫੀ ਕੁਝ ਦਾਜ ਵਗੈਰਾ ਮਿਲੇ। ਦੂਸਰਾ 2 ਨੰਬਰ ਦਾ ਕੰਮ ਕਰਦੇ ਆ, ਨਸ਼ਾ ਵਗੈਰਾ ਵੀ ਸਮਗਲਰ ਕੰਮ ਹੈ, ਇੱਦਾਂ ਦਾ ਗੋਲੀਆਂ ਵਗੈਰਾ ਵੀ। ਲੇਕਿਨ ਹੁਣ ਤੁਸੀਂ ਕਹਿ ਰਹੇ ਹੋ ਤਾਂ ਪੁਲਿਸ ਵਿੱਚ ਹੈ। ਪੁਲਿਸ ਵਿੱਚ ਵੀ ਆ, ਘਰ ਵਿੱਚ ਤਾਂ ਇਹ ਕੰਮ ਚੱਲਦਾ ਵਾ। ਤਾਂ ਹੀ ਤਾਂ ਸਿਫਾਰਿਸ਼ ਹੈ, ਬਸ ਐਮਐਲਏ ਦੀ ਸਿਫਾਰਿਸ਼ ਹੈ। ਐਮਐਲਏ ਜਦੋਂ ਕੋਈ ਪੁਲਿਸ ਆਉਂਦੀ ਆ ਤਾਂ ਐਮਐਲਏ ਜਾ ਕੇ ਸਿਫਾਰਿਸ਼ ਪਾ ਕੇ ਪੈਸੇ ਦੇ ਆਉਂਦੇ ਆ। ਪੁਲਿਸ ਵਿੱਚ ਹੋ ਕੇ ਨਸ਼ੇ ਦਾ ਕੰਮ ਕਿਵੇਂ ਕਰਦੇ ਨੇ, ਤੁਸੀਂ ਦੇਖਿਆ ਕਦੇ? ਹਾਂਜੀ, ਮੈਂ ਸਭ ਦੇਖਿਆ। ਜਿਹੜੀ ਇਹਦੇ ਨਾਲ ਬੁਰਚੈਲਿਟੀ ਕੀਤੀ ਆ, ਇਹਦੇ ਘਰੇ ਜਾ ਕੇ ਕੁੱਟਮਾਰ ਕੀਤੀ ਆ, ਡਿਊਰਿੰਗ ਪ੍ਰੈਗਨੈਂਸੀ ਅਟੈਂਪਟ ਕੀਤਾ, ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਇਹਦੇ ਪੇਟ ਤੇ ਲੱਤ ਮਾਰ ਕੇ। ਉਹਦੇ 307 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ, 323 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ, 326 ਬਣਨੀ ਚਾਹੀਦੀ ਸੀ, ਕੁਛ ਵੀ ਨਹੀਂ ਹੋਇਆ। ਜਦੋਂ ਜਗਰਾਉਂ ਦੇ ਵਿੱਚ 2 ਥਾਣੇਦਾਰਾਂ ਦਾ ਕਤਲ ਹੋਇਆ ਹੈ, ਕੁਝ ਦਿਨਾਂ ਦੇ ਵਿੱਚ ਹੀ ਐਨਕਾਊਂਟਰ ਕਰ ਦਿੱਤਾ ਵੈਸਟ ਬੰਗਾਲ ਜਾ ਕੇ, ਪਰ ਆਪਣੇ ਮੁਲਾਜ਼ਮ ਕੀ ਕਰ ਰਹੇ ਨੇ ਉਹ ਨਹੀਂ ਦਿਖਦਾ। ਜੇ ਇਨਸਾਨੀਅਤ ਹੁੰਦੀ ਉਹ ਬੰਦਾ ਇਹ ਕੁਛ ਕਰਦਾ ਹੀ ਨਹੀਂ। ਉਹਦਾ ਆਪਦਾ ਬੱਚਾ ਸੀਗਾ, ਜਦੋਂ 9 ਮਹੀਨੇ ਦੀ ਪ੍ਰੈਗਨੈਂਟ ਸੀ ਉਹਨਾਂ ਦੀ ਵਾਈਫ, ਉਹ ਲੱਤਾਂ ਕੁੱਟ ਕੇ ਗਿਆ ਘਰੇ ਆਣ ਕੇ, ਕਿ ਜਿਵੇਂ ਉਹਨਾਂ ਨੇ ਮੈਨੂੰ ਆਣ ਕੇ ਦੱਸਿਆ ਸੀ ਫਸਟ ਡੇ ਕਿ ਮੈਨੂੰ ਵਾਲਾਂ ਤੋਂ ਫੜ ਕੇ ਕੁੱਟਿਆ, ਲੱਤਾਂ ਢਿੱਡ 'ਚ ਲੱਤਾਂ ਤੱਕ ਮਾਰੀਆਂ ਮੇਰੇ। ਤਾਂ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਉਹ ਬੰਦਾ ਫਿਰ ਇਨਸਾਨ ਤਾਂ ਨਾ ਹੋਇਆ ਨਾ। ਤੇ ਉਲਟਾ ਇਹਦੇ ਤੇ ਜਿਹੜਾ ਵਾ, ਜੇ ਥਾਣੇ ਜਾਂਦੀ ਉਹ ਦਬਕੇ ਮਾਰਦੇ ਨੇ, ਤੂੰ ਜਿੱਥੇ ਜ਼ੋਰ ਲਾਉਣਾ ਲਾ ਲਾ। ਸੋ ਇਨਸਾਫ ਦੀ ਤੇ ਕਿਤੇ ਗੱਲ ਸਾਨੂੰ ਇਸ ਵੇਲੇ ਤੇ ਦਿਖਦੀ ਨਹੀਂ। ਜਿੰਨੀ ਧੱਕੇਸ਼ਾਹੀ ਇਸ ਵੇਲੇ ਇੱਦਾਂ ਦੇ ਹਾਈ ਅਪਸ ਕਰ ਰਹੇ ਨੇ, ਜਾਂ ਪੋਲੀਟੀਸ਼ੀਅਨਸ, ਜਾਂ ਜਿੱਥੇ ਮੁਲਾਜ਼ਮਾਂ ਦੀ ਥੋੜ੍ਹੀ ਬਹੁਤੀ ਸਾਂਝ ਕੰਠ ਹੈਗੀ ਆ, ਉਸ ਤੋਂ ਇਲਾਵਾ ਹੋਰ ਕੋਈ ਬੰਦੇ ਦੇ ਹੱਥ ਵੱਸ ਇਨਸਾਫ ਲੈਣ ਦੀ ਪਾਵਰ ਨਹੀਂ ਹੈਗੀ। ਇੱਕ ਕਾਂਗਰਸੀ ਵਿਧਾਇਕ ਵੱਲੋਂ ਇੱਕ ਮਹਿਲਾ ਪੁਲਿਸ ਅਧਿਕਾਰੀ ਨੂੰ ਜੁੱਲੀ ਬਿਸਤਰਾ ਬੰਨਣ ਦੀ ਸਲਾਹ ਦੇਣ ਦਾ ਆਡੀਓ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਪਰ ਕੀ ਤੁਹਾਨੂੰ ਪਤਾ ਹੈ ਕਿ ਉਸ ਵਿਧਾਇਕ ਦਾ ਗਨਮੈਨ ਵੀ ਮਾਨ ਨਹੀਂ। ਦੇ ਖਬਰਸਾਰ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅਸੀਂ ਗੱਲ ਕਰ ਰਹੇ ਹਾਂ ਐਮਐਲਏ ਦਵਿੰਦਰ ਗੁਬਾਇਆ ਦੇ ਗਨਮੈਨ ਜਗਜੀਤ ਸਿੰਘ ਦੀ। ਕਹਾਣੀ ਕੁਛ ਇੱਦਾਂ ਹੈ ਕਿ ਜਗਜੀਤ ਸਿੰਘ ਇੱਕ ਕੁੜੀ ਦੇ ਪਿੱਛੇ ਪਿਆ, ਕਹਾਣੀ ਅੱਗੇ ਵਧੀ, ਕੁੜੀ ਦੇ ਨਾਲ ਸਰੀਰਕ ਸੰਬੰਧ ਵੀ ਬਣੇ, ਕਹਾਣੀ ਹੋਰ ਅੱਗੇ ਵਧੀ, ਉਸ ਕੁੜੀ ਦਾ ਐਬੋਰਸ਼ਨ ਵੀ ਕਰਵਾਉਣਾ ਪਿਆ। ਪਰ ਵਿਆਹ ਵਾਲੇ ਪਾਸੇ ਨਹੀਂ ਜਾ ਰਿਹਾ ਸੀ, ਕਰਾ ਕੇ ਵਿਆਹ 'ਤੇ ਵੀ ਗੱਲ ਪਹੁੰਚੀ, ਪਰ ਹੁਣ ਫੇਰ ਤੋਂ ਕਹਾਣੀ ਗੜਬੜ ਹੋ ਗਈ। ਮਾਮਲਾ ਕੀ ਹੈ? ਜਗਜੀਤ ਸਿੰਘ ਦੀ ਧਰਮ ਪਤਨੀ ਇਸ ਵੇਲੇ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਆਖਰ ਮਾਮਲਾ ਕੀ ਹੈ। ਜਗਜੀਤ ਸਿੰਘ ਤੁਹਾਡੇ ਪਤੀ ਨੇ? ਹਾਂਜੀ ਸਰ। ਕਹਾਣੀ ਕੀ ਹੈ, ਮਾਮਲਾ ਕੀ ਹੈ, ਤੁਹਾਡੀ ਮੁਲਾਕਾਤ ਕਿਵੇਂ ਹੋਈ, ਫਿਰ ਵਿਆਹ ਤੱਕ ਗੱਲ ਕਿਵੇਂ ਪਹੁੰਚੀ, ਤੇ ਵਿਆਹ ਤੋਂ ਪਹਿਲਾਂ ਕੀ ਕੁਝ ਹੋਇਆ ਤੇ ਵਿਆਹ ਤੋਂ ਬਾਅਦ ਹੁਣ ਕੀ ਕੁਝ ਹੋ ਰਿਹਾ ਹੈ, ਸਾਰਾ ਕੁਝ ਦੱਸੋ। ਪਹਿਲੇ ਮੈਰਿਜ ਤੋਂ ਪਹਿਲੇ ਮੇਰਾ ਰਿਲੇਸ਼ਨ ਸੀ ਜੋ ਵੀ ਹੈ। ਉਸ ਤੋਂ ਬਾਅਦ ਪਹਿਲਾ ਮੈਰਿਜ ਦਾ ਮੈਨੂੰ ਚਾਂਸਾ ਦਿੰਦਾ ਰਿਹਾ, ਮੇਰੇ ਨਾਲ ਗੱਲਬਾਤ ਕਰਦਾ ਰਿਹਾ, ਫਿਜ਼ੀਕਲ ਰਿਲੇਸ਼ਨ ਬਣਾਉਂਦਾ ਰਿਹਾ ਸੀ। ਤਾਂ ਬਾਅਦ ਵਿੱਚ ਜਦੋਂ ਕਾਫੀ ਟਾਈਮ ਬੀਤਦਾ ਗਿਆ ਮੇਰੇ ਨਾਲ, ਫਿਰ ਮੈਰਿਜ 'ਤੇ ਮੈਂ ਪ੍ਰੈਗਨੈਂਟ ਹੋ ਗਈ ਸੀ। ਪ੍ਰੈਗਨੈਂਟ ਹੋਣ ਤੋਂ ਬਾਅਦ ਮੇਰਾ ਅਬੋਰਸ਼ਨ ਕਰਵਾਉਣ ਦੇ ਚੱਕਰ ਵਿੱਚ ਸੀ, ਤਾਂ ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਮੈਰਿਜ ਮੇਰੇ ਨਾਲ ਕਰਵਾਉਣੀ ਹੈ ਤਾਂ ਮੈਂ ਅਬੋਰਸ਼ਨ ਨਹੀਂ ਕਰਵਾਉਣਾ ਗਾ। ਤਾਂ ਉਹਨਾਂ ਨੇ ਕਿਹਾ ਹਾਂ ਮੈਂ ਤੇਰੇ ਨਾਲ ਮੈਰਿਜ ਕਰਵਾਊਂਗਾ, ਪਹਿਲੇ ਆਪਾਂ ਅਬੋਰਸ਼ਨ ਕਰਵਾਉਣਾ। ਅਬੋਰਸ਼ਨ ਕਰਵਾਉਣ ਤੋਂ ਬਾਅਦ ਉਹਨੇ ਮੇਰੇ ਨਾਲ ਮੈਰਿਜ ਦਾ ਜੋ ਚਾਂਸਾ ਦਿੱਤਾ ਸੀ ਪੈਰ ਪਿੱਛੇ ਖਿੱਚ ਲਿਆ ਵੀ ਮੈਰਿਜ ਮੈਂ ਨਹੀਂ ਕਰਵਾਉਣੀ ਗੀ। ਅਬੋਰਸ਼ਨ ਕਰਵਾਤਾ ਉਹਦੀ ਮੰਮਾ ਉਹਦੀ ਫੈਮਿਲੀ ਨੇ ਰਲ ਕੇ। ਉਸ ਤੋਂ ਬਾਅਦ ਮੈਰਿਜ 'ਤੇ ਜਦੋਂ
ਮਤਲਬ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਮੈਰਿਜ ਕਰਵਾਉਣੀ ਹੈ ਜਾਂ ਮੇਰੇ ਨਾਲ ਮੈਰਿਜ ਉਹਨਾਂ ਨੇ ਜਵਾਬ ਦੇ ਦਿੱਤਾ। ਜਦੋਂ ਮੈਂ ਕਿਹਾ ਵੀ ਮੈਂ ਕੰਪਲੇਂਟ ਦਰਜ ਕਰੂੰਗੀ ਤਾਂ ਉਹਨਾਂ ਨੇ ਮਤਲਬ ਡਰ ਦੇ ਮਾਮਲੇ ਦੇ ਵਿੱਚ ਮੇਰੀ ਫੈਮਿਲੀ 'ਚ ਆ ਕੇ ਪੈਰ ਵਗੈਰਾ ਫੜੇ ਵੀ ਮੈਰਿਜ ਕਰ ਦਿਓ, ਵੀ ਮੈਂ ਸਾਡੇ 'ਤੇ 376 ਦਾ ਪਰਚਾ ਕੱਟਿਆ ਜਾਏਗਾ, ਸਾਡੀ ਵਰਦੀ ਉਤਰ ਜਾਏਗੀ। ਤਾਂ ਮੈਰਿਜ ਉਹਨਾਂ ਨੇ ਜ਼ਬਰਦਸਤੀ ਮੇਰੇ ਨਾਲ ਮੈਰਿਜ ਫਿਰ ਕਰਵਾ ਲਈ। ਮੈਰਿਜ ਕਰਵਾਉਣ ਤੋਂ ਬਾਅਦ ਉਹਨਾਂ ਨੇ 10-15 ਦਿਨਾਂ ਬਾਅਦ ਹੀ ਮੇਰੇ ਨਾਲ ਕਾਫੀ ਕੁੱਟਮਾਰ ਸ਼ੁਰੂ ਕਰਤੀ। ਬਹੁਤ ਹੀ ਜ਼ਿਆਦਾ ਕੁੱਟਮਾਰ ਕਰਦੇ ਸੀ, ਦਾਜ ਮੰਗਦੇ ਸੀ। ਮੈਂ ਗਰੀਬ ਪਰਿਵਾਰ ਤੋਂ ਸੀ, ਬਹੁਤ ਹੀ ਜ਼ਿਆਦਾ ਕਹਿੰਦੇ ਸੀ ਸਾਡੀ ਬੇਇੱਜ਼ਤੀ ਹੋ ਗਈ ਮਤਲਬ ਇਲਾਕੇ ਵਿੱਚ। ਅਸੀਂ ਇੱਕ ਮੈਂ ਮੁਲਾਜ਼ਮ ਸੀ, ਮੈਨੂੰ ਕੁਝ ਨਹੀਂ ਮਿਲਿਆ, ਗੱਡੀ ਨਹੀਂ ਦਿੱਤੀ ਤੇਰੀ ਫੈਮਿਲੀ ਨੇ, ਜੋ ਵੀ ਹੈ। ਤਾਂ ਮੈਂ ਉਹਨਾਂ ਨੂੰ ਇਹ ਕਿਹਾ ਵੀ ਜਦੋਂ ਮੇਰੇ ਨਾਲ ਪਹਿਲਾਂ ਤੂੰ ਰਿਲੇਸ਼ਨ ਬਣਾਇਆ ਸੀ ਤਾਂ ਮੈਂ ਹੀ ਕਿਹਾ ਸੀ ਮੈਂ ਇੱਕ ਗਰੀਬ ਘਰ ਦੀ ਕੁੜੀ ਹਾਂ, ਮੈਂ ਤੈਨੂੰ ਕੁਝ ਵੀ ਨਹੀਂ ਦੇ ਸਕਦੀ। ਸਿਰਫ ਮੈਂ ਇੱਕ ਮੇਰੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ, ਮੇਰੇ ਕੋਲ ਕੁਝ ਨਹੀਂ ਹੈ, ਸਿਰਫ ਮੇਰੀ ਫੈਮਿਲੀ ਕੋਲ ਇੱਕ ਕੁੜੀ ਹੈ ਜੋ ਆਪਣੀ ਇੱਜ਼ਤ ਨਾਲ ਵਿਆਹ ਕਰਕੇ ਤੋਰ ਸਕਦੇ। ਹੌਲੇ ਹੌਲੇ ਉਸ ਤੋਂ ਬਾਅਦ ਬਹੁਤ ਕੁੱਟਮਾਰ ਕਰਦੇ ਸੀ। ਪਹਿਲਾਂ ਤਾਂ ਮੈਂ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ, ਜਦੋਂ ਬਹੁਤ ਹੀ ਜ਼ਿਆਦਾ ਕੁੱਟਮਾਰ ਕਰਨ ਲੱਗ ਗਏ ਤਾਂ ਮੈਨੂੰ ਕਮਰੇ 'ਚ ਉਹਨਾਂ ਨੇ ਬੰਦ ਕੀਤਾ। ਫਿਰ ਮੈਂ ਇੱਕ ਦਿਨ ਚੋਰੀ ਉਹਨਾਂ ਨੂੰ ਮੰਮੀ ਪਾਪਾ ਨੂੰ ਫੋਨ ਕਰਿਆ ਕਿ ਮੈਨੂੰ ਲੈ ਜਾਓ, ਤਾਂ ਉਹ ਮੈਨੂੰ ਲੈ ਕੇ ਸੁਬਾਹ ਆਏ ਤਾਂ ਮੈਨੂੰ ਲੈ ਗਏ। ਮੇਰੀ ਫੈਮਿਲੀ ਦੇ ਵੀ ਕਾਫੀ ਗਲ ਪੈਣ ਲੱਗੇ, ਉਹਨਾਂ ਨੇ ਧੱਕੇ ਮਾਰ ਕੇ ਕੱਢਤਾ ਤਾਂ ਜਲਦੀ ਅਸੀਂ ਉੱਥੋਂ ਨਿਕਲ ਆਏ, ਨਹੀਂ ਤਾਂ ਸਾਨੂੰ ਉਹਨਾਂ ਨੇ ਬਹੁਤ ਜ਼ਿਆਦਾ ਮਾਰਨਾ ਸੀ। ਲੈ ਕੇ ਆ ਗਏ। ਉਸ ਤੋਂ ਬਾਅਦ ਅਸੀਂ ਕੰਪਲੇਂਟ ਕੀਤੀ ਤਾਂ ਪੁਲਿਸ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ। ਉਹ ਸਾਨੂੰ ਇਹੀ ਕਹਿੰਦੇ ਸੀ ਕਿ ਅਸੀਂ ਸਿਫਾਰਿਸ਼ ਵਾਲੇ ਹਾਂ, ਮੈਂ ਦਵਿੰਦਰ ਘਬਾਏ ਦਾ ਗਨਮੈਨ ਹਾਂ, ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ। ਨਾਲੇ ਪੁਲਿਸ ਪੈਸੇ ਵਾਲਿਆਂ ਦੀ ਗੱਲਾਂ ਸੁਣਦੀ ਹੈ, ਤੁਹਾਡੇ ਕੋਲ ਕੋਈ ਪੈਸਾ ਨਹੀਂ, ਤੁਸੀਂ ਗਰੀਬ ਘਰ ਦੇ ਹੋ। ਤਾਂ ਅਸੀਂ ਉਹਨਾਂ ਨੇ ਪੁਲਿਸ ਨੇ ਕੋਈ ਸੁਣਾਈ ਨਹੀਂ ਕੀਤੀ। ਕਾਫੀ ਪੰਚਾਇਤਾਂ ਹੋਈਆਂ, ਪੰਚਾਇਤ ਹੋਣ ਤੋਂ ਬਾਅਦ ਮੈਨੂੰ ਲੈ ਗਏ ਵਾਪਿਸ ਲਿਜਾਣ ਤੋਂ ਬਾਅਦ ਮੈਂ ਪ੍ਰੈਗਨੈਂਟ ਸੀ, 8ਵਾਂ ਮਹੀਨਾ ਸੀ। ਤਾਂ ਮੇਰੀ ਡਿਲੀਵਰੀ ਹੋਣ ਦੇ ਟਾਈਮ ਉਹਨਾਂ ਨੇ ਮੇਰੀ ਫੈਮਿਲੀ ਨੂੰ ਫੋਨ ਕਰਿਆ ਕਿ ਤੁਸੀਂ ਕੁੜੀ ਨੂੰ ਲੈ ਜਾਓ ਘਰ ਆਪਦੇ। ਮੇਰੀ ਮੰਮਾ ਜਾ ਕੇ ਲੈ ਆਏ ਸੀ। ਤਾਂ ਡਿਲੀਵਰੀ ਹੋਣ ਬਾਅਦ 'ਚ ਮੇਰਾ ਫੋਨ ਚੱਕਣਾ ਬਿਲਕੁਲ ਉਹਨਾਂ ਨੇ ਬੰਦ ਕਰਤਾ। ਮੈਂ ਦਵਿੰਦਰ ਘਬਾਏ ਦੇ ਫਾਦਰ ਜੋ ਸ਼ੇਰ ਸਿੰਘ ਘਬਾਇਆ, ਦਵਿੰਦਰ ਘਬਾਇਆ ਤਾਂ ਫੋਨ ਚੁੱਕਦਾ ਨਹੀਂ ਸੀ। ਤਾਂ ਮੈਂ ਉਹਨਾਂ ਦਾ ਨੰਬਰ ਵਗੈਰਾ ਲੈ ਕੇ ਉਹਨਾਂ ਨੂੰ ਫੋਨ ਕਰਿਆ ਕਿ ਸਰ ਤੁਹਾਡਾ ਗਨਮੈਨ ਹੈ, ਤੁਸੀਂ ਉਹਨੂੰ ਸਮਝਾਓ, ਮੈਂ ਬਹੁਤ ਬੁਰੀ ਹਾਲਤ ਵਿੱਚ ਹਾਂ, ਮੇਰਾ ਗਰੀਬ ਪਰਿਵਾਰ ਹੈ, ਮੇਰਾ ਮਾਂ ਪਿਓ ਮੇਰੇ 'ਤੇ ਪੈਸਾ ਨਹੀਂ ਲਗਾ ਸਕਦਾ, ਡਿਲੀਵਰੀ ਹੋਣ ਵਾਲੀ ਹੈ, ਜੇ ਮੇਰਾ ਹਸਬੈਂਡ ਨਹੀਂ ਮੇਰਾ ਸਾਥ ਦੇਵੇਗਾ ਤਾਂ ਇਸ ਹਾਲਤ ਵਿੱਚ ਕੌਣ ਸਾਥ ਦੇਵੇਗਾ। ਉਸ ਤੋਂ ਬਾਅਦ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣਾਈ ਕੀਤੀ, ਕਹਿੰਦੇ ਅਸੀਂ ਮੁੰਡੇ ਨੂੰ ਡਿਊਟੀ ਤੋਂ ਕੱਢਤਾ। ਮਤਲਬ ਮੈਂ ਬਹੁਤ ਵਾਰੀ ਉਹਨਾਂ ਦੇ ਹੱਥ ਜੋੜ ਕੇ ਮਿਹਨਤ ਕੀਤੀ, ਉਹਨਾਂ ਨੇ ਮੇਰੀ ਕੋਈ ਸੁਣਾਈ ਨਹੀਂ ਕਰੀ। ਮੈਰਿਜ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਫੋਨ ਕਰਦੀ ਸੀ, ਸਹੁਰੇ ਨੂੰ ਫੋਨ ਕਰਿਆ, ਉਹ ਕਹਿੰਦੇ ਸਾਡਾ ਬੱਚਾ ਹੀ ਹੈ ਨਹੀਂ, ਅਸੀਂ ਤੈਨੂੰ ਰੱਖਣਾ ਨਹੀਂ। ਹਸਬੈਂਡ ਵੀ ਇਹੀ ਗੱਲ ਬੋਲਦਾ ਸੀ, ਮੇਰਾ ਬੱਚਾ ਹੀ ਹੈ ਨਹੀਂ, ਮੈਂ ਤੈਨੂੰ ਰੱਖਣਾ ਹੀ ਨਹੀਂ। ਤਾਂ ਮੈਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਕਿਹਾ ਜੇ ਮੇਰਾ ਗਲਤ ਆ ਮੇਰਾ DNA ਟੈਸਟ ਕਰਵਾ ਲਓ, ਜੇ ਮੈਂ ਗਲਤ ਹੋਵਾਂ ਤਾਂ ਜੋ ਮਰਜ਼ੀ ਮੈਨੂੰ ਸਜ਼ਾ ਦੇ ਦਿਓ। ਪਰ ਉਹਨਾਂ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ। ਜਦੋਂ ਮੈਂ ਰਾਤ ਨੂੰ ਕਾਫੀ ਬਿਮਾਰ ਹੋ ਗਈ, ਹੌਸਪੀਟਲ ਗਏ ਤਾਂ ਅਸੀਂ ਫਿਰ ਫੋਨ ਲਾਇਆ ਮੈਡਮ ਦੇ ਨੰਬਰ ਤੋਂ ਹੌਸਪੀਟਲ ਵਿੱਚ ਜਾ ਕੇ, ਤਾਂ ਮੇਰੇ ਹਸਬੈਂਡ ਨੇ ਆਧਾਰ ਕਾਰਡ ਦੇਣ ਤੋਂ ਮਨਾ ਕਰਤਾ ਕਿਉਂਕਿ ਉਹ ਸਾਰਾ ID ਪ੍ਰੂਫ ਮੰਗਦੇ ਸੀ। ਜਦੋਂ ਉਹਨਾਂ ਨੇ ID ਪ੍ਰੂਫ ਵਗੈਰਾ ਨਹੀਂ ਦਿੱਤਾ ਤਾਂ ਫਿਰ ਅਸੀਂ ਹਫ਼ਤਾ ਬੀਤ ਗਿਆ, ਮੈਡੀਸਿਨ ਵਗੈਰਾ ਲੈ ਕੇ ਮੈਂ ਘਰ ਬੈਠ ਗਈ। ਤਾਂ ਅਚਾਨਕ ਇੱਕ ਦਿਨ ਘਰ ਆਏ ਸੀ। ਘਰ ਆਉਣ ਤੋਂ ਬਾਅਦ ਉਹਨਾਂ ਨੇ ਸਿੱਧਾ ਆ ਕੇ ਗਲ ਪੈ ਗਏ, ਤਾਂ ਵੀਡੀਓ ਬਣਾਉਣ ਲੱਗ ਗਏ, ਮੈਨੂੰ ਕਾਫੀ ਥੱਪੜ ਮਾਰੇ। ਤਾਂ ਮੈਨੂੰ ਆ ਕੇ ਕਹਿੰਦਾ ਮੇਰਾ ਬੱਚਾ ਹੀ ਹੈ ਨਹੀਂ, ਤੂੰ ਮੈਨੂੰ ਕਿਉਂ ਫੋਨ ਕਰਦੀ ਹੈ, ਮੈਂ ਤੈਨੂੰ ਕੋਈ ID ਪ੍ਰੂਫ ਵਗੈਰਾ ਨਹੀਂ ਦੇਣਾ। ਤਾਂ ਮੈਂ ਵੀ ਥੱਪੜ ਮਾਰਿਆ ਉਹਨੂੰ। ਮੈਂ ਕਿਹਾ ਤੂੰ ਹੁੰਦਾ ਕੌਣ ਹੈ ਮੈਨੂੰ ਇੰਨੀ ਗੱਲ ਕਹਿਣ ਵਾਲਾ। ਇਹ ਇਸ ਮੌਕੇ ਤੁਸੀਂ ਆਪਣੇ ਪੇਕਿਆਂ ਘਰੇ ਸੀ ਕਿ ਸਹੁਰਿਆਂ ਦੇ ਘਰੇ? ਪੇਕੇ ਘਰ ਸੀ। ਪੇਕੇ ਘਰੇ ਕਦੋਂ ਗਏ ਤੁਸੀਂ? ਨਾਲੇ ਤੁਹਾਨੂੰ ਤੁਸੀਂ ਆਪ ਆਏ ਆ ਉਹ ਛੱਡ ਕੇ ਗਿਆ? ਉਹਨਾਂ ਨੇ ਜਦੋਂ ਸਾਨੂੰ ਸਹੁਰੇ ਪਰਿਵਾਰ ਨੇ ਅਲੱਗ ਕਰ ਦਿੱਤਾ ਸੀ ਤਾਂ ਉੱਥੋਂ ਕਹਿੰਦਾ ਮੈਂ ਡਿਊਟੀ 'ਤੇ ਜਾਂਦਾ ਹੁੰਨਾ, ਮਤਲਬ MLA ਦਾ ਗਨਮੈਨ ਆ, ਮੇਰੀ ਬਾਹਰ ਡਿਊਟੀ ਲੱਗੀ ਹੈ। ਤਾਂ ਮੇਰੀ ਮੰਮਾ ਨੂੰ ਫੋਨ ਕਰਕੇ ਉਹਨੂੰ ਕਹਿੰਦੇ ਵੀ ਮੰਮਾ ਤੁਸੀਂ ਆ ਕੇ ਲੈ ਜਾਓ, ਜੋ ਵੀ ਖਰਚਾ ਹੋਏਗਾ ਮੈਂ ਕਰੂੰਗਾ। ਅਤੇ ਮੰਮਾ ਕਹਿੰਦੇ ਚੱਲ ਕੋਈ ਨਾ ਵੀ ਔਖਾ ਟਾਈਮ ਹੈ, ਚੱਲ ਕੋਈ ਗੱਲ ਨਹੀਂ, ਤੁਸੀਂ ਗੇੜਾ ਲਾਉਂਦੇ ਰਹੇ ਹੋ ਅਤੇ ਅਸੀਂ ਨੂੰ ਲੈ ਆਉਂਦੇ ਆ। ਮੰਮਾ ਮੇਰੇ ਲੈ ਕੇ ਆ ਗਏ। ਤਾਂ ਉਸ ਤੋਂ ਬਾਅਦ ਉਹਨੇ ਉੱਥੋਂ ਭੇਜਣ ਤੋਂ ਬਾਅਦ ਮੈਨੂੰ ਕਦੇ ਕੋਈ ਫੋਨ ਨਹੀਂ ਕਰਿਆ, ਕੋਈ ਗੱਲਬਾਤ ਨਹੀਂ ਕੀਤੀ। ਤੇ ਫਿਰ ਇਹ ਕੁੱਟਮਾਰ ਕਦੋਂ ਹੋਈ? ਜਦੋਂ ਆਏ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਵੀ ਥੱਪੜ ਮਾਰਿਆ ਹੈ, ਉਹ ਵਾਕਾ ਕਦੋਂ ਹੋਇਆ? ਉਹ ਵਾਕਾ ਜਦੋਂ ਮਤਲਬ ਮੈਨੂੰ ਪੇਕੇ ਘਰ ਆਉਣ ਤੋਂ ਬਾਅਦ 15-20 ਦਿਨ ਬਾਅਦ ਡਿਲੀਵਰੀ ਹੋਣ ਦਾ ਟਾਈਮ ਸੀ। ਤਾਂ ਮੈਂ ਫੋਨ ਕਰਿਆ ਕਿ ਤੁਸੀਂ ਮੇਰਾ ਫੋਨ ਨਹੀਂ ਚੱਕਦੇ। ਤਾਂ ਕਹਿੰਦੇ ਮੈਂ ਤੇਰੇ ਨਾਲ ਕੋਈ ਗੱਲਬਾਤ ਨਹੀਂ ਕਰਨੀ। ਤਾਂ ਮੈਂ ਕਿਹਾ ਕਿਉਂ ਨਹੀਂ ਕਰਨੀ? ਕਹਿੰਦੇ ਮੇਰਾ ਬੱਚਾ ਹੀ ਹੈ ਨਹੀਂ। ਇਹ ਗੱਲ ਮੈਨੂੰ ਫੋਨ ਵਿੱਚ ਬੋਲਦੇ ਸੀ। ਮੈਂ ਕਾਫੀ ਰੋਂਦੀ ਸੀ। ਮੈਂ ਕਿਹਾ ਵੀ ਮੈਂ ਗਲਤ ਨਹੀਂ, ਤੁਸੀਂ ਮੇਰਾ DNA 'ਚ ਟੈਸਟ ਕਰਾ ਲਓ, ਜੇ ਮੇਰੀ ਕੋਈ ਗਲਤੀ ਹੈ ਤਾਂ ਮੈਨੂੰ ਪ੍ਰੂਫ ਕਰੋ।
ਤਾਂ ਫਿਰ ਕਾਫੀ ਦਿਨ ਬੀਤਦੇ ਗਏ ਤਾਂ ਮੈਂ ਐਸਐਸਪੀ ਨੂੰ ਐਪਲੀਕੇਸ਼ਨ ਲਗਾਈ ਸੀ, ਕੰਪਲੇਂਟ 112 ਤੇ ਕਰਵਾਈ ਸੀ ਵੀ ਮੈਂ ਇਸ ਹਾਲਤ ਵਿੱਚ ਹਾਂ ਤਾਂ ਮੇਰਾ ਹਸਬੈਂਡ ਮੇਰਾ ਫੋਨ ਵਗੈਰਾ ਨਹੀਂ ਪਿਕ ਕਰਦਾ ਤੇ ਨਾ ਮੈਨੂੰ ਕੋਈ ਆਈਡੀ ਪ੍ਰੂਫ ਦੇ ਰਿਹਾ। ਤਾਂ ਉਹਨਾਂ ਨੇ ਫਿਰ ਸ਼ਾਇਦ ਉਹਨਾਂ ਨੇ ਸੁਣਾਈ ਕੀਤੀ ਕਿ ਨਹੀਂ, ਬਿਆਨ ਤਾਂ ਲਿਖ ਕੇ ਪੁਲਿਸ ਵਾਲੇ ਲੈ ਗਏ ਸੀ ਬਟ ਉਹਨਾਂ ਨੇ ਮੇਰੀ ਕੋਈ ਸੁਣਾਈ ਨਹੀਂ ਕਰੀਗੀ। ਤਾਂ ਉਸ ਤੋਂ ਬਾਅਦ ਉਹ ਇੱਕ ਅਚਾਨਕ ਹੀ 6 ਜਨਵਰੀ ਦਾ ਟਾਈਮ ਸੀ, 11 ਕੁ ਵਜੇ ਘਰ ਆਏ ਅਸੀਂ, ਮੇਰੇ ਮੰਮਾ, ਮੇਰੇ ਭਾਬੀ, ਮੈਂ ਤੇ ਇੱਕ ਮੇਰੀ ਭਾਣਜੀ, ਮਤਲਬ ਜਨਾਨੀਆਂ ਹੀ ਘਰ ਸੀ, ਬਾਕੀ ਸਾਰੇ ਆਪੋ ਆਪਣੇ ਕੰਮ ਤੇ ਗਏ ਹੋਏ ਸੀ। ਆ ਕੇ ਮਤਲਬ ਉਹ 4 ਜਣੇ ਤਾਇਆ ਸਹੁਰਾ ਤੇ ਸਹੁਰਾ ਮੇਰਾ ਔਰ ਇੱਕ ਚਾਚਾ ਜੀ ਦਾ ਲੜਕਾ, ਇੱਕ ਮੇਰਾ ਹਸਬੈਂਡ ਜਗਜੀਤ ਸਿੰਘ ਆਏ ਤਾਂ ਆ ਕੇ ਮੈਨੂੰ ਕਾਫੀ ਉਲਟਾ ਸਿੱਧਾ ਬੋਲਣ ਲੱਗ ਗਏ ਮੇਰੇ ਮੰਮਾ ਦੇ ਸਾਹਮਣੇ। ਮੇਰੀ ਫੈਮਿਲੀ ਸਾਹਮਣੇ ਮੇਰਾ ਬੱਚਾ ਹੀ ਹੈ ਨਹੀਂ, ਮੈਨੂੰ ਕਿਉਂ ਫੋਨ ਕਰਦੀ ਹੈ। ਮੇਰਾ ਸਹੁਰਾ ਵੀ ਕਹਿੰਦਾ ਸਾਡਾ ਬੱਚਾ ਹੈ ਨਹੀਂ, ਅਸੀਂ ਇਹਨੂੰ ਨਹੀਂ ਰੱਖਣਾ। ਤਾਂ ਫਿਰ ਮੈਂ ਥੱਪੜ ਮਾਰਿਆ ਸੀ। ਮੈਂ ਕਿਹਾ ਮੇਰੀ ਇੱਕ ਜਨਾਨੀ ਦੀ ਇੰਨੀ ਬੇਇੱਜ਼ਤੀ ਪੇਰੈਂਟਸ ਦੇ ਸਾਹਮਣੇ ਕਰ ਰਹੇ ਹੋ। ਤਾਂ ਉਸ ਤੋਂ ਬਾਅਦ ਆ ਕੇ ਮੈਨੂੰ ਉਹਨਾਂ ਨੇ ਕਮਰੇ 'ਚ ਅੰਦਰੋਂ ਦਰਵਾਜ਼ਾ ਬੰਦ ਕਰ ਕਾਫੀ ਕੁੱਟਮਾਰ ਕੀਤੀ, ਮੰਮਾ ਨੂੰ ਵੀ ਮਾਰਿਆ, ਮਾਰ ਕੇ ਕੁੱਟ ਕੇ ਉਸ ਤੋਂ ਬਾਅਦ ਉਦੋਂ ਤੁਸੀਂ ਕਹਿ ਰਹੇ ਹੋ ਵੀ ਡਿਲੀਵਰੀ ਤੋਂ 4-5-6 ਦਿਨ ਪਹਿਲਾਂ ਦੀ ਗੱਲ ਹੈਗੀ ਹੈ, ਉਹਨੇ ਤਾਂ ਵੀ ਕੁੱਟਿਆ ਤੁਹਾਨੂੰ? ਹਾਂਜੀ, ਡਿਲੀਵਰੀ ਹੋਣ ਵਾਲੀ ਸੀ 10 ਜਨਵਰੀ ਨੂੰ ਡਿਲੀਵਰੀ ਹੋਈ ਹੈ ਤਾਂ 6 ਜਨਵਰੀ ਨੂੰ ਮੇਰੇ ਨਾਲ ਕਾਫੀ ਕੁੱਟਮਾਰ ਕਰਕੇ ਗਏ ਆ। ਮੈਨੂੰ ਕੁਝ ਵੀ ਪਤਾ ਨਹੀਂ ਸੀ। ਹੌਸਪੀਟਲ ਮੇਰੀ ਫੈਮਿਲੀ ਬਾਅਦ ਵਿੱਚ ਮੈਨੂੰ ਚੁੱਕ ਕੇ ਲੈ ਕੇ ਗਏ ਆ। ਤੁਸੀਂ ਕੰਪਲੇਂਟ ਨਹੀਂ ਕੀਤੀ ਉਦੋਂ ਫਿਰ ਵੀ ਕੁੱਟਮਾਰ ਹੋਈ ਹੈ? ਕੰਪਲੇਂਟ ਕੀਤੀ ਆ, ਬਿਆਨ ਵੀ ਹੋਇਆ, MLR ਵੀ ਕੱਟ ਹੋਈ ਆ ਬਟ ਪੁਲਿਸ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਕਿਸੇ ਤਰ੍ਹਾਂ ਦੀ। ਜਦੋਂ ਵਿਆਹ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਸਵਾਲ ਕਰਾਂਗਾ, ਵਿਆਹ ਤੋਂ ਪਹਿਲਾਂ ਜਦੋਂ ਇਹ ਤੁਹਾਡੇ ਪਿੱਛੇ ਪਿਆ ਸੀ, ਤੁਹਾਡੀ ਮੁਲਾਕਾਤ ਕਦੋਂ ਹੋਈ ਤੇ ਕਿਵੇਂ ਹੋਈ ਸੀ ਮੁਲਾਕਾਤ? ਤੇ ਇੱਕ ਕੀ ਉਦੋਂ ਵੀ ਪੁਲਿਸ ਵਿੱਚ ਸੀ? ਹਾਂਜੀ ਹਾਂਜੀ, ਉਸ ਟਾਈਮ ਵੀ ਮੁਲਾਜ਼ਮ ਸੀ। ਤਾਂ ਕਾਫੀ ਮਤਲਬ ਮੈਂ ਸਟੱਡੀ ਕਰਦੀ ਸੀ ਤਾਂ ਮੇਰੇ ਪਿੱਛੇ ਕਾਫੀ ਗੇੜੇ ਵਗੈਰਾ ਲਾਉਂਦਾ ਸੀ। ਤਾਂ ਕਹਿੰਦਾ ਸੀ ਵੀ ਤੂੰ ਪੜ੍ਹੀ ਲਿਖੀ ਕੁੜੀ ਹੈ, ਮੇਰੀ ਫੈਮਿਲੀ ਵੀ ਤੈਨੂੰ ਕਾਫੀ ਲਾਈਕ ਕਰਦੀ ਹੈ, ਮੈਂ ਤੇਰੇ ਨਾਲ ਮੈਰਿਜ ਕਰਾਵਾਂਗਾ। ਤਾਂ ਮੈਂ ਇਹ ਗੱਲ ਕਿਹਾ ਸੀ। ਕਾਫੀ ਵਾਰੀ ਮੇਰੇ ਨਾਲ ਕੋਰਟ ਮੈਰਿਜ ਕਰਾਉਣ ਦੀ ਜ਼ਬਰਦਸਤੀ ਕੀਤੀ ਹੁੰਦੀ। ਮੰਮਾ ਉੱਥੇ ਗਏ ਜਦੋਂ ਮੈਂ ਜੋਬ ਕਰਦੀ ਸੀ ਪ੍ਰਾਈਵੇਟ, ਤਾਂ ਕਹਿੰਦੇ ਸੀ ਮੈਰਿਜ ਲਈ ਕੋਰਟ ਮੈਰਿਜ ਕਰਾਂ। ਮੈਂ ਕਿਹਾ ਮੇਰੀ ਫੈਮਿਲੀ ਹੀ ਮੇਰੀ ਮੈਰਿਜ ਕਰੂਗੀ, ਮੈਂ ਫੈਮਿਲੀ ਦੇ ਖਿਲਾਫ ਜਾ ਕੇ ਮੈਰਿਜ ਨਹੀਂ ਕਰਾਉਣੀ। ਤਾਂ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕਰੀ ਰੱਖੀ। ਫਿਰ ਮੈਂ ਪ੍ਰੈਗਨੈਂਟ ਹੋ ਗਈ, ਮੇਰਾ ਅਬੋਰਸ਼ਨ ਕਰਵਾਇਆ ਉਹਨਾਂ ਨੇ। ਫਿਰ ਬਾਅਦ ਵਿੱਚ ਜਦੋਂ ਅਬੋਰਸ਼ਨ ਕਰਵਾਉਣ ਤੋਂ ਬਾਅਦ ਪੈਰ ਪਿੱਛੇ ਖਿੱਚ ਗਿਆ ਵੀ ਹੁਣ ਮੈਂ ਮੈਰਿਜ ਨਹੀਂ ਕਰਾਉਣੀ। ਜਦੋਂ ਉਹਨੂੰ ਪਤਾ ਲੱਗਿਆ ਕਿ ਕੰਪਲੇਂਟ ਕਰਨ ਲੱਗੀ ਹੈ ਤਾਂ ਫਿਰ ਮੈਰਿਜ ਕਰਾਉਣ ਲਈ। ਐਡਵੋਕੇਟ ਗੁਰਸ਼ਰਨ ਜੀ ਵੀ ਸਾਡੇ ਨਾਲ ਨੇ, ਰਮਨਦੀਪ ਜੀ ਸਾਡੇ ਨਾਲ ਨੇ। ਗੁਰਸ਼ਰਨ ਜੀ, ਇੱਕ MLA ਦਾ, ਸਿਟਿੰਗ MLA ਦਾ ਗਨਮੈਨ ਹੈ ਤੇ ਪਹਿਲਾਂ ਵੀ ਮੇਰੇ ਖਿਆਲ ਗਲਤੀ ਆਪਣੀ ਲੁਕਾਉਣ ਦੇ ਲਈ ਜਾਂ ਸਜ਼ਾ ਤੋਂ ਬਚਣ ਦੇ ਲਈ ਵਿਆਹ ਤਾਂ ਕਰਵਾ ਲਿਆ, ਲੇਕਿਨ ਹੁਣ ਜੋ ਕੁਝ ਵਤੀਰਾ ਹੋ ਰਿਹਾ ਹੈ, ਪੁਲਿਸ ਡਿਪਾਰਟਮੈਂਟ ਨੂੰ ਇਹਨਾਂ ਦੀ ਕੰਪਲੇਂਟ ਪਹੁੰਚਦੀ ਨਹੀਂ ਜਾਂ ਪੁਲਿਸ ਡਿਪਾਰਟਮੈਂਟ ਕੁਝ ਕਰਨਾ ਚਾਹੁੰਦਾ ਨਹੀਂ? ਪੁਲਿਸ ਡਿਪਾਰਟਮੈਂਟ ਕਰਨਾ ਹੀ ਨਹੀਂ ਚਾਹੁੰਦਾ। ਤੁਹਾਨੂੰ ਪਤਾ ਹੀ ਹੈ, ਦੇਖ ਰਹੇ ਹਾਂ ਆਪਾਂ ਕਿ ਦਿਨ ਬਰ ਦਿਨ ਜੋ MLA ਉਹਨਾਂ ਦਾ ਗਨਮੈਨ ਹੈ ਇੱਕ, ਉਹ ਨਾ ਉਹਨਾਂ ਦੀ ਇੰਨੀ ਗਨਮੈਨ ਦੀ ਕਿੰਨੀ ਪਾਵਰ ਹੈ ਨਹੀਂ ਕਿ ਇੰਨਾ ਕੁਝ ਹੋਵੇ, ਪਰ ਇੱਕ ਸਾਇਆ ਹੋਊਗਾ ਸਿਰ ਤੇ ਹੱਥ ਤਾਂ ਹੀ ਕੁਝ ਹੋ ਰਿਹਾ। ਇੱਕ ਗਨਮੈਨ ਦੀ ਦੇਖ ਲਓ ਕਿ ਪੁਲਿਸ ਪਿਛਲੇ 6 ਮਹੀਨਿਆਂ ਤੋਂ FIR ਤੱਕ ਨਹੀਂ ਕੱਟੀ ਗਈ। ਬਿਆਨ ਦਿੱਤੇ ਗਏ ਆ 2 ਤੋਂ 3 ਵਾਰੀ ਰਿਪਰੈਜ਼ੈਂਟੇਸ਼ਨ SSP ਸਾਹਿਬ ਨੂੰ ਭੇਜ ਦਿੱਤੀ ਗਈ ਆ। ਇਨਕੁਆਇਰੀ ਮਾਰਕ ਹੋ ਕੇ SP ਕੋਲੇ ਆ ਗਈ ਹੈ, SHO ਕੋਲੇ ਆ ਗਈ ਹੈ, DSP ਕੋਲੇ ਆ ਗਈ, ਪਰ ਹਜੇ ਤੱਕ FIR ਨਹੀਂ ਕੱਟੀ ਗਈ। ਆਪਾਂ ਇਹ ਤੋਂ ਇਹ ਸੋਚ ਸਕਦੇ ਹਾਂ ਕਿ ਇੱਕ ਮੁਲਾਜ਼ਮ ਦੀ ਕਿੰਨੀ ਕੁ ਪਾਵਰ ਹੈਗੀ ਪੁਲਿਸ 'ਚ। ਜੇ ਤੁਹਾਡਾ ਹੱਥ ਹੈਗਾ ਤੁਹਾਡੇ ਸਿਰ 'ਤੇ ਕਿਸੇ ਨਾ ਕਿਸੇ ਵੱਡੇ ਅਹੁਦੇ ਦਾ, ਤਾਂ ਤੁਸੀਂ ਕੁਛ ਵੀ ਕਰ ਸਕਦੇ ਹੋ। ਇਹਦਾ ਮਤਲਬ ਕਿ ਜੋ ਹੈਗਾ ਵਿਆਹ ਤੋਂ ਪਹਿਲਾਂ ਜੋ ਇਸ ਲੜਕੀ ਨਾਲ ਹੋਇਆ ਉਹ ਅਲੱਗ ਹੈ ਕਿ ਚਲੋ ਬਹੁਤ ਧੱਕਾ ਪਹਿਲਾਂ ਉਹਨਾਂ ਨੇ ਕੀਤਾ। ਵਿਆਹ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਘਰੇ ਆਣ ਕੇ ਕੁੱਟਮਾਰ ਕੀਤੀ ਆ, ਕੰਪਲੇਂਟ ਕੀਤੀ, 112 'ਤੇ ਵੀ ਕੰਪਲੇਂਟ ਕੀਤੀ ਗਈ ਆ, ਫਿਰ ਵੀ ਹਜੇ ਤੱਕ ਕਾਰਵਾਈ ਨਹੀਂ ਕੀਤੀ ਗਈ। ਇਹ ਆਪਾਂ ਦੇਖ ਹੀ ਸਕਦੇ ਹਾਂ ਕਿ ਸਮਾਜ 'ਚ ਕੀ ਚੱਲ ਰਿਹਾ। ਲੇਕਿਨ ਤੁਹਾਨੂੰ ਬਾਰ-ਬਾਰ ਇਹ ਗੱਲ ਕਿਉਂ ਕਹੀ ਜਾਂਦੀ ਹੈ ਵੀ ਇਹ ਬੱਚਾ ਮੇਰਾ ਨਹੀਂ? ਇਹ ਤਾਂ ਸਰ ਮੈਨੂੰ ਨਹੀਂ ਪਤਾ, ਬਾਕੀ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਬੱਚਾ ਮੇਰਾ ਨਹੀਂ ਹੈ। ਮੈਨੂੰ ਫੋਨ ਤੇ ਕਾਲ ਰਿਕਾਰਡਿੰਗ ਹੈ ਮੇਰੇ ਕੋਲ, ਸਾਰੇ ਪ੍ਰੂਫ ਨੇ। ਮੈਨੂੰ ਵਾਰ-ਵਾਰ ਇਹ ਕਹਿੰਦਾ ਮੇਰਾ ਬੱਚਾ ਨਹੀਂ। ਮੈਂ ਜੱਜ ਦੇ ਸਾਹਮਣੇ ਵੀ ਬੋਲੂੰਗਾ ਮੇਰਾ ਬੱਚਾ ਨਹੀਂ ਹੈ। ਮੈਂ SHO ਦੇ ਸਾਹਮਣੇ ਵੀ ਇਹ ਗੱਲ ਕਹਿ ਕੇ ਆਈ ਹਾਂ, SP ਮੈਡਮ ਨੂੰ ਵੀ ਇਹ ਗੱਲ ਕਹੀ ਹੈ ਜੇ ਮੇਰਾ ਬੱਚਾ ਨਹੀਂ ਹੈ ਤਾਂ ਤੁਸੀਂ DNA ਕਰਾਓ। ਜੇਕਰ ਬੱਚਾ ਇਹਦਾ ਨਾ ਹੋਵੇ ਤਾਂ ਜੋ ਮਰਜ਼ੀ ਮੈਨੂੰ ਸਜ਼ਾ ਦਿੱਤੀ ਜਾਏ, ਪਰ ਉਹ ਕੋਈ ਕਾਰਵਾਈ ਨਹੀਂ ਕਰਦੇ। ਕੋਈ ਮੇਰੀ ਬਾਰ-ਬਾਰ ਤੁਹਾਨੂੰ ਇੱਕ ਗੱਲ ਕਹਿ ਕੇ ਟੌਰਚਰ ਕਰਨ ਦਾ ਮਕਸਦ ਕੀ ਹੈ? ਵੀ ਇਹ ਕਹਿਣਾ ਕੀ ਚਾਹੁੰਦੇ ਨੇ ਵੀ ਮੇਰਾ ਬੱਚਾ ਨਹੀਂ ਹੈ, ਬੱਚਾ ਤੁਹਾਡਾ ਉਹਦਾ ਨਹੀਂ ਹੈ, ਫਿਰ ਬੱਚਾ ਕਿਹਦਾ? ਇਹ ਤਾਂ ਸਰ ਮੈਨੂੰ ਵੀ ਨਹੀਂ ਪਤਾ ਕਿਉਂ ਟੌਰਚਰ ਕਰਦੇ ਨੇ। ਮਤਲਬ ਉਹ ਕਹਿੰਦੇ ਨੇ ਵੀ ਅਸੀਂ ਇਹਨੂੰ ਘਰੋਂ ਕੱਢਣਾ ਚਾਹੁੰਦੇ ਆ, ਘਰੋਂ ਕੱਢ ਕੇ ਹੋਰ ਮੈਰਿਜ ਮਤਲਬ ਕਰਾਉਣਾ ਚਾਹੁੰਦਾ ਹੈ ਵੀ ਵਧੀਆ ਘਰ ਵਿੱਚ ਜਿੱਥੇ ਉਹਨਾਂ ਨੂੰ ਕਾਫੀ ਕੁਝ ਦਾਜ ਵਗੈਰਾ ਮਿਲੇ। ਤਾਂ ਇਸ ਕਰਕੇ ਟੌਰਚਰ ਕਰਨਾ ਚਾਹੁੰਦੇ ਆ। ਦੂਸਰਾ 2 ਨੰਬਰ ਦਾ ਕੰਮ ਕਰਦੇ ਆ, ਨਸ਼ਾ ਵਗੈਰਾ ਵੀ ਸਮਗਲਰ ਕੰਮ ਹੈ, ਇੱਦਾਂ ਦਾ ਗੋਲੀਆਂ ਵਗੈਰਾ ਵੀ। ਲੇਕਿਨ ਉਹ ਤੁਸੀਂ ਕਹਿ ਰਹੇ ਹੋ ਤਾਂ ਪੁਲਿਸ ਵਿੱਚ ਹੈ। ਪੁਲਿਸ ਵਿੱਚ ਵੀ ਆ, ਘਰ ਵਿੱਚ ਤਾਂ ਇਹ ਕੰਮ ਚੱਲਦਾ ਵਾ।
ਤਾਂ ਹੀ ਤਾਂ ਸਿਫਾਰਿਸ਼ ਹੈ, ਬਸ ਐਮਐਲਏ ਦੀ ਸਿਫਾਰਿਸ਼ ਹੈ। ਐਮਐਲਏ ਜਦੋਂ ਕੋਈ ਪੁਲਿਸ ਆਉਂਦੀ ਆ ਤਾਂ ਐਮਐਲਏ ਜਾ ਕੇ ਸਿਫਾਰਿਸ਼ ਪਾ ਕੇ ਪੈਸੇ ਦੇ ਆਉਂਦੇ ਆ। ਇਹ ਪੁਲਿਸ ਵਿੱਚ ਹੋ ਕੇ ਨਸ਼ੇ ਦਾ ਕੰਮ ਕਿਵੇਂ ਕਰਦੇ ਨੇ, ਤੁਸੀਂ ਦੇਖਿਆ ਕਦੇ? ਹਾਂਜੀ, ਮੈਂ ਸਭ ਦੇਖਿਆ। ਉਹ ਜੋ ਮੇਰੇ ਵੱਡੇ ਜੇਠ ਦੇ ਮਤਲਬ ਜੇਠਾਣੀਆਂ ਦੇ ਪੇਕੇ ਆ, ਉਹਨਾਂ ਨੂੰ ਹੁਣ ਥੋੜਾ ਟਾਈਮ ਪਹਿਲੇ ਹੀ ਉਹਨਾਂ ਤੇ ਪਰਚਾ ਕੱਟਿਆ ਗਿਆ, ਗੋਲੀਆਂ ਫੜੀਆਂ ਗਿਆ ਸੀ। ਤਾਂ ਕਾਫੀ ਮਤਲਬ ਇਹਨਾਂ ਦਾ ਧੰਦਾ ਹੈ। ਜਦੋਂ ਮੈਂ ਬੋਲਣ ਦੀ ਕੋਸ਼ਿਸ਼ ਕਰਦੀ ਸੀ ਤਾਂ ਮੈਨੂੰ ਕਹਿੰਦੇ ਸੀ ਅਸੀਂ ਤੈਨੂੰ ਜਾਨ ਤੋਂ ਮਾਰ ਦਾਂਗੇ, ਤੇਰਾ ਇੱਕ ਭਰਾ ਹੈ ਉਹਨੂੰ ਵੀ ਜਾਨ ਤੋਂ ਮਾਰ ਦਾਂਗੇ ਜੇ ਤੂੰ ਸਾਡੇ ਬਾਰੇ ਇੱਦਾਂ ਦੀ ਕੋਈ ਵੀ ਗੱਲ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ। ਨਹੀਂ, ਐਮਐਲਏ ਆਪਣੇ ਹਲਕੇ ਦੇ ਲੋਕਾਂ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੀ ਸੇਵਾ ਕਰਾਂਗਾ, ਪਰ ਐਮਐਲਏ ਨੂੰ ਇਹ ਨਹੀਂ ਪਤਾ ਵੀ ਉਹਦੇ ਆਪਣੇ ਸਿਕਿਉਰਿਟੀ ਵਾਲੇ ਦੇ ਜਾਂ ਗਨਮੈਨ ਦੇ ਘਰੇ ਕੀ ਹੋ ਰਿਹਾ ਹੈ, ਉਹਦੀ ਰੱਖਿਆ ਜਾਂ ਉਹਦੀ ਸੇਵਾ ਕੌਣ ਕਰੇਗਾ? ਦੇਖੋ, ਜਦੋਂ ਸੇਵਾਦਾਰੀ ਚੋਰ ਹੋ ਜਾਣ ਤਾਂ ਲੋਕਾਂ ਦੀ ਸੇਵਾ ਤੇ ਲੋਕ ਭਲਾਈ ਦੀ ਗੱਲ ਕਿੱਥੋਂ ਹੋਣੀ ਹੈ। ਤੁਸੀਂ ਦੇਖੋ, ਪਹਿਲਾਂ ਇੱਕ ਲੜਕੀ ਨੂੰ ਵਿਆਹ ਦੇ ਝਾਂਸੇ 'ਚ ਲੈ ਕੇ ਉਹਦਾ ਦੁਰਉਪਯੋਗ ਕਰਨਾ ਪੂਰਾ, ਫਿਰ ਉਹਦੇ ਨਾਲ ਜਦੋਂ ਗੱਲ ਵਿਗੜਦੀ ਦਿਖੇ ਫਿਰ ਵਿਆਹ ਵੀ ਕਰਵਾ ਲੈਣਾ, ਫਿਰ ਉਹਦਾ ਐਬੋਰਸ਼ਨ ਵੀ ਕਰਵਾਉਣਾ। ਉਸ ਤੋਂ ਬਾਅਦ ਜਦੋਂ ਲੀਗਲੀ ਵੈਡਲੌਕ 'ਚ ਆ ਕੇ ਇੱਕ ਬੱਚਾ ਹੋਣ ਜਾ ਰਿਹਾ ਸੀਗਾ, ਉਸ ਤੋਂ ਬਾਅਦ ਉਸ ਲੜਕੀ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਜਾਂਦਾ ਹੈ। ਬਾਅਦ 'ਚ ਜਦ ਬੱਚਾ ਹੋ ਗਿਆ ਉਹਦੀ ਬੱਚੇ ਦੀ ਸ਼ਕਲ ਵੀ ਨਾ ਦੇਖਣਾ। ਹੁਣ ਲੜਕੀ ਦੇ ਪਿੱਛੇ ਜੇ ਪਿਤਾ ਜੀ ਦੀ ਮੌਤ ਹੋਈ ਹੈ, ਉੱਥੇ ਆਣ ਕੇ ਉਹਨਾਂ ਨੇ ਹਾਜ਼ਰੀ ਪਈ ਹੈ ਤੇ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਜੋ ਬਣਦਾ ਸੀਗਾ ਉਹਨਾਂ ਨੂੰ ਲੜਕੀ ਨੂੰ ਘਰੇ ਲੈ ਕੇ ਜਾਣਾ ਚਾਹੀਦਾ ਸੀ ਵਾਪਸ। ਐਦਾਂ ਦਾ ਕੁਝ ਵੀ ਸਾਹਮਣੇ ਨਹੀਂ ਆਇਆ। ਕਿੰਨੀਆਂ ਲਿਟੀਗੇਸ਼ਨ ਜਿਹੜੀਆਂ ਉਹ ਪੈਂਡਿੰਗ ਨੇ, ਕੰਪਲੇਂਟਸ ਪੈਂਡਿੰਗ ਨੇ ਉਹਨਾਂ ਦੇ ਖਿਲਾਫ, ਗਨਮੈਨ ਦੇ ਖਿਲਾਫ ਲੜਕੀ ਵੱਲੋਂ ਜਿਹੜੀਆਂ ਕੀਤੀਆਂ ਹੋਈਆਂ ਨੇ। ਹਜੇ ਤੱਕ ਫਿਲਹਾਲ ਇੱਕ ਕੇਸ 'ਚ ਵੀ ਕੋਈ ਸੁਣਵਾਈ ਨਹੀਂ ਆਈ ਸਾਹਮਣੇ। ਵੈਸੇ ਕਹਿਣਾ ਤਾਂ ਨਹੀਂ ਚਾਹੀਦਾ ਬਾਰ-ਬਾਰ, ਲੇਕਿਨ ਜਦੋਂ ਜਗਰਾਓਂ ਦੇ ਵਿੱਚ 2 ਥਾਣੇਦਾਰਾਂ ਦਾ ਕਤਲ ਹੋਇਆ ਹੈ, ਕੁਝ ਦਿਨਾਂ ਦੇ ਵਿੱਚ ਹੀ ਐਨਕਾਊਂਟਰ ਕਰ ਦਿੱਤਾ ਵੈਸਟ ਬੰਗਾਲ ਜਾ ਕੇ, ਪਰ ਆਪਣੇ ਮੁਲਾਜ਼ਮ ਕੀ ਕਰ ਰਹੇ ਨੇ ਉਹ ਨਹੀਂ ਦਿਖਦਾ। ਟੋਟਲ ਰਿਵੈਂਜਫੁਲ ਆ। ਦੇਖੋ, ਜਿਹੜਾ ਤੁਸੀਂ ਐਨਕਾਊਂਟਰ ਦੀ ਗੱਲ ਕਰ ਰਹੇ ਹੋ, 10 ਸਾਲ ਇੱਕ ਬੰਦਾ ਭਗੌੜਾ ਰਹਿੰਦਾ ਹੈ, ਉਹ 10 ਦਿਨਾਂ 'ਚ ਹੀ ਫੜਿਆ ਜਾਂਦਾ, 10 ਦਿਨ 'ਚ ਉਹਨੂੰ ਗੋਲੀਆਂ ਮਾਰ ਕੇ ਪਾਰ ਲਗਾ ਦਿੱਤਾ ਜਾਂਦਾ। ਇੱਥੇ ਤੁਸੀਂ ਇੱਕ ਲੜਕੀ ਦੇਖ ਲਓ, ਇੱਕ ਗਨਮੈਨ ਹੈ, ਉਹਦੇ ਕੋਲ ਇੰਨੀ ਕੁ ਪਾਰ ਹੈ ਵੀ ਕਿਹੜੇ ਵੀ ਤੁਸੀਂ ਥਾਣੇ ਚਲੇ ਜਾਓ, ਕਿਹੜੇ ਵੀ ਵੂਮਨ ਕਮਿਸ਼ਨ ਚਲੇ ਜਾਓ, ਹਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਜਾਈ। ਤੁਸੀਂ ਐਮਐਲਏ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ? ਹਾਂਜੀ, ਕਾਫੀ ਵਾਰ ਫੋਨ ਕਰਿਆ, ਉਹ ਕੋਈ ਸੁਣਾਈ ਨਹੀਂ ਕਰਦੇ, ਫੋਨ ਹੀ ਕਰਦੇ। ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਦਵਿੰਦਰ ਗੁਬਾਇਆ ਜੀ ਨੂੰ ਜੀ ਇੱਕ ਵਾਰ ਫੋਨ ਕਰਕੇ, ਕਿਉਂਕਿ ਐਮਐਲਏ ਨੇ ਤੇ ਉਹਨਾਂ ਦੇ ਨਾਲ ਉਹ ਗਨਮੈਨ ਨੇ ਜਗਜੀਤ ਸਿੰਘ। ਹੈਲੋ, ਹਾਂਜੀ ਗੁਬਾਇਆ ਸਾਹਿਬ, ਸਤਿ ਸ਼੍ਰੀ ਅਕਾਲ। ਠਾਕੁਰ ਅਮਨਦੀਪ ਸਿੰਘ ਗੱਲ ਕਰ ਰਹੇ ਹਾਂ ਜੀ ਚੰਡੀਗੜ੍ਹ ਤੋਂ। ਹਾਂਜੀ, ਕੀ ਹਾਲ ਹੈ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਇੱਕ ਮਿੰਟ ਤੁਹਾਡਾ ਸਮਾਂ ਲੈਣਾ ਸੀ। ਹਾਂਜੀ, ਦੱਸੋ। ਹਾਂਜੀ ਗੁਬਾਇਆ ਸਾਹਿਬ, ਤੁਹਾਡੇ ਇੱਕ ਨਾ ਗਨਮੈਨ ਨੇ ਜਗਜੀਤ ਸਿੰਘ ਜੀ। ਅੱਛਾ ਜੀ। ਹਾਂਜੀ, ਉਹਨਾਂ ਦਾ ਕੋਈ ਡਿਸਪਿਊਟ ਚੱਲਦਾ ਪਿਆ ਹੈ ਵਾਈਫ ਦੇ ਨਾਲ, ਮਾਰਕੁੱਟ ਵੀ ਕਾਫੀ ਹੋਈ ਹੈ, ਤੁਹਾਨੂੰ ਹੈਗੀ ਹੈ ਜੀ ਇਸ ਬਾਰੇ ਨੌਲੇਜ? ਹਾਂ, ਨੌਲੇਜ ਚ ਜੀ। ਉਹ ਤਾਂ ਦੇਖੋ ਵਾਈਫ ਨਾਲ ਡਿਸਪਿਊਟ ਚੱਲਦਾ ਹੈ। ਹਾਂਜੀ, ਤੇ ਉਹ ਕਿਹਾ ਹੋਇਆ ਵੀ ਇਹਨਾਂ ਦਾ ਕੋਈ ਕੰਪਰੋਮਾਈਜ਼ ਹੋ ਜੇ ਤਾਂ ਕਰਨ ਨੂੰ ਤਿਆਰ ਹੈ, ਤੇ ਬਾਕੀ ਹੋ ਜਾਏਗਾ। ਉਹ ਕਿਹਾ ਹੋਇਆ ਕਿਉਂਕਿ ਵਿਆਹ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਹੋਣਾ ਇਹਨਾਂ ਨੇ ਅਬੋਰਸ਼ਨ ਵਗੈਰਾ ਕਰਵਾਇਆ ਸੀ, ਪਹਿਲਾਂ ਅਫੇਅਰ ਚੱਲਦਾ ਹੋਣਾ, ਫਿਜ਼ੀਕਲ ਰਿਲੇਸ਼ਨ ਹੋਣਾ ਹੈ, ਪਰ ਹੁਣ ਵੀ ਮਾਰਕੁੱਟ ਕਾਫੀ ਹੋਈ ਹੈ ਤੇ ਉਹ ਬਾਰ-ਬਾਰ ਇਹੀ ਕਹਿੰਦੇ ਨੇ ਕਿ ਮੇਰਾ ਬੱਚਾ ਨਹੀਂ ਹੈ। ਡੀਐਨਏ ਟੈਸਟ ਕਰਵਾ ਲੈਣ ਤਾਂ ਪਤਾ ਲੱਗ ਜਾਣਾ ਹੈਗਾ ਕਿ ਨਹੀਂ। ਹਾਂ, ਹੈਗਾ ਕਿ ਨਹੀਂ, ਬਿਲਕੁਲ। ਹਾਂ, ਤੁਸੀਂ ਮਾੜਾ ਜਿਹਾ ਤੁਸੀਂ ਰਿਸਪੌਂਸਿਬਲ ਹੈਗੇ ਹੋ, ਮਾੜਾ ਜਿਹਾ ਪਰਸਨ ਤੁਸੀਂ ਮਾੜਾ ਜਿਹਾ ਕਹੋ, ਬਿਲਕੁਲ ਜੀ, ਬਿਲਕੁਲ ਹੈ ਨਾ। ਉਹ ਐਕਚੁਅਲੀ ਸਾਡੇ ਕੋਲ ਹੀ ਨੇ ਇਸ ਵੇਲੇ, ਤੇ ਉਹ ਕਹਿ ਰਹੇ ਸੀ ਵੀ ਮੈਂ ਕੋਸ਼ਿਸ਼ ਕੀਤੀ ਤੁਹਾਡੇ ਨਾਲ ਗੱਲ ਕਰਨ ਦੀ, ਪਰ ਗੱਲ ਹੋ ਨਹੀਂ ਸਕੀ। ਅੱਛਾ, ਨਹੀਂ, ਆਪਾਂ ਤਾਂ ਕਹਿ ਰਹੇ ਹਾਂ ਵੀ ਕੋਈ ਕੰਪਰੋਮਾਈਜ਼ ਇਹਨਾਂ ਦਾ ਹੋ ਜੇ, ਆਪਦਾ ਘਰ ਬਣਾਉਣ। ਹਾਂ, ਉਹ ਕਿਉਂਕਿ ਨਾ ਤੁਹਾਡਾ ਨਾਮ ਮੇਰੇ ਖਿਆਲ ਉਹ ਮਿਸਯੂਜ਼ ਕਰ ਰਿਹਾ ਹੈ ਜੀ, ਜਿਸ ਕਰਕੇ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਜਦੋਂ ਆਪਦਾ ਆਪਸੀ ਪਰਿਵਾਰਕ ਡਿਸਪਿਊਟ ਹੈ ਇਹਦੇ 'ਚ, ਕਿਉਂਕਿ ਪੁਲਿਸ ਵਾਲੇ ਨਾ ਕੰਪਲੇਂਟ ਲੈ ਨਹੀਂ ਰਹੇ, ਕਾਰਵਾਈ ਕੋਈ ਹੋ ਨਹੀਂ ਰਹੀ, ਉਹ ਤੁਹਾਡੇ ਨਾਮ ਦਾ ਮਿਸਯੂਜ਼ ਕੀਤਾ ਜਾ ਰਿਹਾ। ਕੰਪਲੇਂਟਾਂ ਤਾਂ ਬਹੁਤ ਲਈਆਂ ਜੀ। ਉਹ ਹੁਣ ਮੈਡਮ ਇੱਥੇ ਚੱਲ ਰਿਹਾ ਇਹਨਾਂ ਦਾ ਮਸਲਾ, ਉਹਨਾਂ ਨੂੰ ਵੀ ਮੈਂ ਕਿਹਾ ਵੀ ਇਹਨਾਂ ਦਾ ਕੋਈ ਕੰਪਰੋਮਾਈਜ਼ ਕਰਾਈਏ ਜਾਂ ਜੋ ਵੀ ਕਰੀਏ, ਪਰ ਕੋਈ ਨਹੀਂ, ਲੱਗੇ ਹੋਏ ਜੀ, ਹੋ ਜਾਏਗਾ। ਬੇਨਤੀ ਹੈ ਮਾੜਾ ਜਿਹਾ ਦੇਖਿਓ ਵੀ ਤੁਹਾਡੇ ਨਾਮ ਦਾ ਮਿਸਯੂਜ਼ ਨਾ ਹੋਵੇ ਜੀ। ਨਹੀਂ। ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ। ਠੀਕ। ਤਾਂ ਐਮਐਲਏ ਸਾਹਿਬ ਕਹਿ ਰਹੇ ਨੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਹੋ ਜਵੇ। ਆਪਾਂ ਦੇਖ ਹੀ ਸਕਦੇ ਹਾਂ ਕੀ ਕੁਛ ਹੋ ਰਿਹਾ। ਅਕਸਰ ਹੱਥ ਸਿਰ ਤੇ ਆ ਤਾਂ ਹੀ ਇਹ ਕੁਛ ਹੁੰਦਾ, ਬਿਨਾ ਨਾ ਹੱਥ ਹੋਵੇ ਸਿਰ ਤੇ ਤਾਂ ਇਦਾਂ ਨਹੀਂ ਹੁੰਦਾ। ਇੱਕ ਆਪਾਂ ਹਿਊਮੈਨਿਟੀ ਦੀ ਗੱਲ ਕਰ ਲਈਏ ਛੋਟੀ ਜੀ, ਜੇ ਇਨਸਾਨੀਅਤ ਹੁੰਦੀ ਉਹ ਬੰਦਾ ਇਹ ਕੁਛ ਕਰਦਾ ਹੀ ਨਾ। ਉਹਦਾ ਆਪਦਾ ਬੱਚਾ ਸੀਗਾ, ਉਹ ਜਦੋਂ 9 ਮਹੀਨੇ ਦੀ ਪ੍ਰੈਗਨੈਂਟ ਸੀ ਉਹਨਾਂ ਦੀ ਵਾਈਫ, ਉਹ ਲੱਤਾਂ ਕੁੱਟ ਕੇ ਗਿਆ ਘਰੇ ਆਣ ਕੇ, ਕਿ ਜਿਵੇਂ ਉਹਨਾਂ ਨੇ ਮੈਨੂੰ ਆਣ ਕੇ ਦੱਸਿਆ ਸੀ ਫਸਟ ਡੇ ਕਿ ਮੈਨੂੰ ਵਾਲਾਂ ਤੋਂ ਫੜ ਕੇ ਕੁੱਟਿਆ, ਲੱਤਾਂ ਢਿੱਡ 'ਚ ਲੱਤਾਂ ਤੱਕ ਮਾਰੀਆਂ ਮੇਰੇ। ਤਾਂ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਉਹ ਬੰਦਾ ਫਿਰ ਇਨਸਾਨ ਤਾਂ ਨਾ ਹੋਇਆ ਨਾ, ਦਰਿੰਦਾ ਹੀ ਹੋਇਆ ਕਿ ਜਿਹੜਾ ਆਪਦੇ ਬੱਚੇ ਨੂੰ ਹੀ ਲੱਤਾਂ ਮਾਰੀ ਜਾਂਦਾ। ਉਸ ਤੋਂ ਬਾਅਦ ਉਹਨਾਂ ਨੇ ਇੱਕ ਕੰਪਲੇਂਟ ਚਲੇ ਗਏ ਕਿ ਅਸੀਂ ਕੰਪਲੇਂਟ ਤੁਹਾਡੇ ਖਿਲਾਫ ਪਾਉਣੇ ਆ ਜਾ ਕੇ। ਠੀਕ ਹੈ ਜੀ। ਉਹ ਕਿਉਂਕਿ ਆਖੇ ਬਾਅਦ 'ਚ ਫੋਨ 'ਤੇ ਬਕਾਇਦਾ ਬੋਲਦੇ ਰਹੇ, ਇਹਨਾਂ ਨੂੰ ਰਿਕਾਰਡਿੰਗ ਇਹਨਾਂ ਕੋਲ ਵੀ ਹੈਗੀਆਂ ਨੇ। ਉਹਨਾਂ 'ਚ ਉਹ ਮੰਨਦੇ ਨੇ ਖੁਦ ਕਿ ਜੋ ਤੁਹਾਡੇ ਤੋਂ ਹੋ ਸਕੇ ਕਰਕੇ ਵਿਖਾ ਦਿਓ, ਜਿੱਥੇ ਜਾਣਾ ਤੁਸੀਂ ਚਲੇ ਜਾਓ। ਪਰ ਐਮਐਲਏ ਸਾਹਿਬ ਕਹਿੰਦੇ ਮੈਂ ਤਾਂ ਕੋਈ ਨਹੀਂ ਇਦਾਂ ਕਰ ਰਿਹਾ,
ਅਸੀਂ ਕਿਹਾ ਵੀ ਤੁਹਾਡਾ ਨਾਮ ਮਿਸਯੂਜ਼ ਕੀਤਾ ਜਾ ਰਿਹਾ। ਉਹ ਕਹਿੰਦੇ ਮੈਂ ਤਾਂ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਦਾ ਘਰ ਚਲੋ ਕੰਪਰੋਮਾਈਜ਼ ਹੋ ਜਾਵੇ। ਚਾਹੁੰਦੇ ਅਸੀਂ ਵੀ ਕਿ ਇਨਸਾਫ ਇਹਨਾਂ ਨੂੰ ਵੀ ਮਿਲ ਜੇ, ਠੀਕ ਹੈ ਨਹੀਂ। ਦਿਲਸ਼ੇਰ ਜੀ ਵੀ ਨਾਲ ਨੇ। ਦਿਲਸ਼ੇਰ ਜੀ ਤੁਸੀਂ ਗੱਲਬਾਤ ਸਾਰੀ ਸੁਣੀ ਹੈ, MLA ਸਾਹਿਬ ਨੂੰ ਵੀ ਗੱਲ ਕੀਤੀ ਹੈ, ਹਾਲਾਂਕਿ ਬੀਬਾ ਜੀ ਦਾ ਫੋਨ ਨਹੀਂ ਚੱਕਦੇ ਤੇ ਗੱਲ ਹੋਈ ਹੈ ਤੇ ਕਹਿੰਦੇ ਕੋਸ਼ਿਸ਼ ਸਾਡੀ ਵੀ ਹੈ ਵੀ ਕੰਪਰੋਮਾਈਜ਼ ਹੋ ਜਾਵੇ। ਠਾਕੁਰ ਸਾਹਿਬ ਜਿੱਦਾਂ ਦਾ ਵੈਸੇ ਇਹ ਮਾਮਲਾ ਹੈਗਾ ਨਾ, ਬੜੀ ਹਾਸੋਹੀਣੀ ਗੱਲ ਆ। MLA ਜਿਹੜਾ ਹੁੰਦਾ ਇੱਕ ਲੈਜਿਸਲੇਟਿਵ ਅਸੈਂਬਲੀ ਦਾ ਮੈਂਬਰ, ਉਹ ਇੱਕ ਹਲਕੇ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਆ। ਇਹ ਇੱਕ ਗੱਲ ਪੁੱਛਣੀ ਸੀ ਕਿ ਪਿਛਲੇ 8 ਮਹੀਨੇ ਤੋਂ ਇਹ ਘਰੇ ਬੈਠੇ ਆ। 8 ਮਹੀਨੇ 'ਚ ਤੁਹਾਡੀ ਕਿਹੜੀ ਐਫਰਟ ਹੈਗੀ ਆ ਜੀ? ਉਹ ਸੇਵਾ ਕਰ ਰਹੇ ਨੇ ਨਾ ਆਪਣੇ ਕਾਂਸਟੇਬਲ ਦੀ, ਆਪਣੇ ਸਿਕਿਉਰਿਟੀ ਵਾਲੇ ਦੀ ਸੇਵਾ ਕਰ ਰਹੇ ਨੇ। ਸੇਵਾ ਕਰ ਰਹੇ ਨਾ। ਜਿਹੜੀ ਕੰਪਰੋਮਾਈਜ਼ ਦੀ ਗੱਲ ਕਰਨੀ ਸੀ ਨਾ, ਉਹਦਾ ਫਰਜ਼ ਬਣਦਾ ਸੀ MLA ਦਾ ਕਿ ਭਾਈ ਸਾਹਿਬ ਉਹ ਤੇਰੀ ਬੀਬੀ ਹੈਗੀ ਆ, ਛੋਟਾ ਬੱਚਾ ਹੈ, ਆ ਮੇਰੇ ਨਾਲ ਚੱਲ, ਤੇਰਾ ਜਿਹੜਾ ਕੋਈ ਮਨ ਮੁਟਾਵ ਹੈਗਾ ਅਸੀਂ ਦੂਰ ਕਰਦੇ ਹਾਂ। ਇੱਦਾਂ ਦੀ ਤਾਂ ਗੱਲ ਕੀਤੀ ਨਹੀਂ, ਉਲਟਾ ਇਹ ਹੋ ਗਿਆ। ਇਹ ਲੜਕੀ ਧੱਕੇ ਖਾ ਰਹੀ ਹੈ ਪਿਛਲੇ 6-7 ਮਹੀਨਿਆਂ ਤੋਂ। ਕਦੀ DV ਦੀ ਕੰਪਲੇਂਟ, ਕਦੀ 125 ਦੀ ਕੰਪਲੇਂਟ। ਜੋ ਕੋਵਿਡ ਦੇ ਵਿੱਚ ਕੋਟਾਂ ਦਾ ਹਾਲ ਹੈਗਾ, ਇਹਦੀ ਸੁਣਵਾਈ ਨਹੀਂ ਹੋ ਰਹੀ। ਗਰੀਬ ਪਰਿਵਾਰ ਦੀ ਲੜਕੀ ਹੈ, ਸਰਵਾਈਵ ਕਰਨਾ ਮੁਸ਼ਕਿਲ ਆ, ਤੇ ਉਲਟਾ ਇਹਦੇ ਤੇ ਜਿਹੜਾ ਵਾ ਜੇ ਥਾਣੇ ਜਾਂਦੀ ਉਹ ਦਬਕੇ ਮਾਰਦੇ ਨੇ, ਤੂੰ ਜਿੱਥੇ ਜ਼ੋਰ ਲਾਉਣਾ ਲਾ ਲਾ। ਸੋ ਇਨਸਾਫ ਦੀ ਤੇ ਕਿਤੇ ਗੱਲ ਸਾਨੂੰ ਇਸ ਵੇਲੇ ਤੇ ਦਿਖਦੀ ਨਹੀਂ। ਜਿੰਨੀ ਧੱਕੇਸ਼ਾਹੀ ਇਸ ਵੇਲੇ ਇੱਦਾਂ ਦੇ ਹਾਈ ਅਪਸ ਕਰ ਰਹੇ ਨੇ, ਜਾਂ ਪੋਲੀਟੀਸ਼ੀਅਨਸ, ਜਾਂ ਜਿੱਥੇ ਮੁਲਾਜ਼ਮਾਂ ਦੀ ਥੋੜ੍ਹੀ ਬਹੁਤੀ ਸਾਂਝ ਗੰਢ ਹੈਗੀ ਆ, ਉਸ ਤੋਂ ਇਲਾਵਾ ਹੋਰ ਕੋਈ ਬੰਦੇ ਦੇ ਹੱਥ ਵੱਸ ਇਨਸਾਫ ਲੈਣ ਦੀ ਪਾਵਰ ਨਹੀਂ ਹੈਗੀ। ਇਹ ਸਭ ਤੋਂ ਮਾੜੀ ਗੱਲ ਇਹ ਆਈ ਆ ਜਿਹੜੇ ਇਸ ਕੇਸ ਦੀ ਜਿਹੜੀ ਸਟੋਰੀ ਵੇਖੀ ਆ, ਕਿ ਇੱਕ ਪੁਲਿਸ ਮੁਲਾਜ਼ਮ ਆ ਜਿਹਦੇ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਕੋਈ ਕੁੜੀ ਚੰਡੀਗੜ੍ਹ ਪੜ੍ਹਨ ਗਈ ਆ ਉਹਨੂੰ ਫੋਲੋ ਕਰੇ, ਉਹਦੇ ਨਾਲ ਸਰੀਰਕ ਸੰਬੰਧ ਬਣਾਵੇ, ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਉਹਨੂੰ ਕਵੇ ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰਨੀ। ਹਾਲਾਂਕਿ ਸਰੀਰਕ ਸੰਬੰਧ ਲੜਕੀ ਨੇ ਇਸੇ ਕਰਕੇ ਬਣਾਏ ਸੀ ਕਿ ਇਹ ਕੱਲ੍ਹ ਨੂੰ ਮੇਰਾ ਹਸਬੈਂਡ ਬਣੇਗਾ, ਇਹ ਮੇਰੇ ਨਾਲ ਵਿਆਹ ਕਰਾਏਗਾ। ਅਤੇ ਉਸ ਤੋਂ ਬਾਅਦ ਉਹਨੂੰ ਵਰਤ ਲੈਣਾ ਅਤੇ ਬਾਅਦ 'ਚ ਐਂ ਗੱਲ ਕਰਦੇ ਨੇ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ। ਇਹ ਕੋਈ ਪੁਲਿਸ ਆਫੀਸਰ ਦਾ ਕੰਡਕਟ ਹੋ ਸਕਦਾ ਜਿਹਨੂੰ ਸਾਰੇ ਕਾਨੂੰਨ ਤੋਂ ਵਾਕਫ ਹੈਗਾ ਕਿ ਇਸ ਗਲਤੀ ਦਾ ਕੀ ਨਤੀਜਾ ਨਿਕਲੇਗਾ ਜਾਂ ਕੀ ਅੰਜਾਮ ਹੈ। ਵੇਖੋ ਕਿੱਡੇ ਸ਼ਰਾਰਤੀ ਨੇ, ਗਲਤੀ ਵੀ ਕੀਤੀ ਆ, ਗਲਤੀ ਤੋਂ ਬਚਣ ਦਾ ਤਰੀਕਾ ਵੀ ਲੱਭ ਲਿਆ, ਸ਼ਾਦੀ ਕਰਾ ਲਈ। ਹੁਣ ਸ਼ਾਦੀ ਕਰਾਉਣ ਤੋਂ ਬਾਅਦ 376 ਦਾ ਪਰਚਾ ਨਹੀਂ ਰਜਿਸਟਰ ਹੋ ਸਕਦਾ। ਇਸ ਕਰਕੇ ਨਹੀਂ ਹੋ ਸਕਦਾ ਕਿ ਸ਼ਾਦੀ ਕਰਾ ਲਈ, ਹੁਣ ਮੇਰੀ ਵਾਈਫ ਹੈਗੀ ਆ। ਮੈਟਰੀਮੋਨੀਅਲ ਤੌਰ 'ਤੇ ਜਿੰਨੀ ਮਰਜ਼ੀ ਡਿਵੋਰਸ ਲੈਣਾ ਹੈ ਜਾਂ ਮੇਨਟੇਨੈਂਸ ਲੈਣੀ ਹੈ, ਧੱਕੇ ਖਾਈ ਜਾਓ ਕੋਰਟਾਂ 'ਚ ਜਾ ਕੇ। ਜਿੱਦਾਂ ਦਾ ਸਾਡੇ ਇੱਥੇ ਇਨਸਾਫ ਦਾ ਆਲਮ ਹੈਗਾ। ਰਾਜਨ ਗਗੋਈ ਚੀਫ ਜਸਟਿਸ ਆਫ ਇੰਡੀਆ ਰਿਟਾਇਰਡ ਹੋਇਆ ਜਦੋਂ, ਉਹਨੇ ਇਹ ਕਿਹਾ ਸੀ ਕਿ ਸਾਡੀ ਹਾਇਰ ਜੁਡੀਸ਼ਰੀ ਜਿਹੜੀ ਆ ਇੱਥੇ ਹਿਲਜੁਲ ਮੱਚੀ ਪਈ ਆ, ਰਮਸ਼ਕਲ ਆ। ਅਤੇ ਹੁਣ ਇੱਦਾਂ ਦੀ ਤੇ ਜਦੋਂ ਸਾਡੇ ਸੀਨੀਅਰ ਜਿਹੜੇ ਜੱਜ ਨੇ, ਸੀਨੀਅਰ ਮੋਸਟ ਜੱਜ ਆਫ ਦਿਸ ਕੰਟਰੀ ਇਹ ਗੱਲ ਕਹਿ ਕੇ ਜਾ ਰਿਹਾ, ਅਤੇ ਅਸੀਂ ਆਸ ਕਰੀਏ ਕੀ ਹੋ ਰਿਹਾ ਇਸ ਕੰਟਰੀ 'ਚ। ਇਹਨਾਂ ਨੂੰ ਪਤਾ ਹੈ, ਜਿਹੜੇ ਲਾ ਡਿਫਾਲਟ ਜਿਨ੍ਹਾਂ ਨੇ ਇੱਦਾਂ ਦੇ ਫਾਲਟ ਕਰਨੇ ਨੇ ਜਾਂ ਇੱਦਾਂ ਦੀਆਂ ਗੜਬੜਾਂ ਕਰਨੀਆਂ, ਉਹਨਾਂ ਨੂੰ ਪਤਾ ਹੈ ਕਿ ਇਸ ਵੇਲੇ ਕੁਛ ਵੀ ਨਹੀਂ ਹੋ ਸਕਦਾ। ਅਸੀਂ ਬਿਲਕੁਲ ਆਜ਼ਾਦ ਹਾਂ। ਹਾਲਾ ਹੋਣਾ ਇਹ ਚਾਹੀਦਾ ਸੀ ਜਿਹੜੀ ਇਹਦੇ ਨਾਲ ਬਰਚੈਲਿਟੀ ਕੀਤੀ ਆ, ਇਹਦੇ ਘਰੇ ਜਾ ਕੇ ਕੁੱਟਮਾਰ ਕੀਤੀ ਆ, ਡਿਊਰਿੰਗ ਪ੍ਰੈਗਨੈਂਸੀ ਅਟੈਂਪਟ ਕੀਤਾ, ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਇਹਦੇ ਪੇਟ 'ਤੇ ਲੱਤ ਮਾਰ ਕੇ, ਉਹਦੇ 307 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ, 323 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ, 326 ਬਣਨੀ ਚਾਹੀਦੀ ਸੀ, ਕੁਛ ਵੀ ਨਹੀਂ ਹੋਇਆ। ਸੋ ਇਹ ਸਾਰੀ ਜਿਹੜੀ ਆ ਬੈਕਗਰਾਊਂਡ ਤੋਂ ਇਹ ਪਤਾ ਲੱਗਦਾ ਕਿ ਜਿਹੜਾ ਪੁਲਿਸ ਆਫੀਸਰ ਆ, ਖਾਸ ਕਰਕੇ ਜੇ ਕਿਸੇ MLA ਨਾਲ, ਮੰਤਰੀ ਨਾਲ ਲੱਗਾ, ਉਹ ਜੋ ਮਰਜ਼ੀ ਕਰਦੇ, ਉਹਦੇ ਲਈ ਕੋਈ ਕਾਨੂੰਨ ਨਹੀਂ ਹੈਗਾ। ਅਸੀਂ ਹਿਊਮਨ ਰਾਈਟਸ ਦੇ ਤੌਰ 'ਤੇ ਅੱਜ ਟੀਮ ਦੇ ਤੌਰ 'ਤੇ ਇੱਥੇ ਆਏ ਹਾਂ। ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਜਿੰਨੇ ਹਾਈ ਅਪਸ ਨੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਸਾਨੂੰ ਆਸ ਹੈਗੀ ਆ, ਸਾਨੂੰ ਉਮੀਦ ਹੈਗੀ ਆ ਕਿ ਕਾਨੂੰਨ 'ਚ ਕੁਛ ਨਾ ਕੁਛ ਕਿਤੇ ਕਾਨੂੰਨ ਐਗਜ਼ਿਸਟ ਕਰਦਾ ਹੈ। ਅਸੀਂ ਇਸ ਬੀਬੀ ਨੂੰ ਇਨਸਾਫ ਲੈਣ ਲਈ ਜਿੱਥੇ ਮਰਜ਼ੀ ਜਾਣਾ ਪਵੇ ਅਸੀਂ ਲੈ ਕੇ ਦੇਵਾਂਗੇ। ਇੱਕ ਮੇਰੀ ਹੋਰ ਬੇਨਤੀ ਹੈ, ਘੁਬਾਇਆ ਸਾਹਿਬ ਨੂੰ ਤੁਸੀਂ ਲਾਈਨ 'ਤੇ ਲਿਆ ਸੀ, ਘੁਬਾਇਆ ਸਾਹਿਬ ਸਿਆਣੇ ਨੇ, ਜੇ ਆਪਣੀ ਸਿਆਣਪ ਹੋਰ ਵਰਤਨ ਅਤੇ ਉਹ ਦਵਿੰਦਰ, ਉਹ ਜਿਹੜਾ ਜਗਜੀਤ ਸਿੰਘ ਉਹਨਾਂ ਦਾ ਕਾਂਸਟੇਬਲ ਆ, ਉਹਨੂੰ ਇਹਨਾਂ ਦੇ ਘਰੇ ਲੈ ਕੇ ਜਾਣ, ਉਹ ਮਾਫੀ ਮੰਗੇ, ਇਹਨਾਂ ਦਾ ਪੈਚਅਪ ਕਰਾਉਣ। ਅਸੀਂ ਨਹੀਂ ਚਾਹੁੰਦੇ ਲਿਟੀਗੇਸ਼ਨ 'ਚ ਬੀਬੀ ਰੋਲੇ। ਸਾਨੂੰ ਪਤਾ ਲਿਟੀਗੇਸ਼ਨ ਹਿੰਦੁਸਤਾਨ 'ਚ ਲੜਨੀ ਬੜੀ ਮਹਿੰਗੀ ਆ। ਹਾਲਾਂਕਿ ਅਸੀਂ ਇਹਨਾਂ ਕੋਲ 1 ਰੁਪਈਆ ਨਹੀਂ ਫੀਸ ਦੇ ਤੌਰ 'ਤੇ ਲਿਆ। ਅਸੀਂ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਅਸੀਂ ਪਿੰਡੋਂ ਪਿੰਡ ਇਹ ਜਾ ਕੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਜਾਂ ਗਰੀਬ ਪਰਿਵਾਰ ਨੇ, ਉਹਨਾਂ ਦੀ ਮਦਦ ਕਰ ਰਹੇ ਹਾਂ ਕਿ ਕਾਨੂੰਨ ਜਿਹੜਾ ਵਾ ਬੜਾ ਮਹਿੰਗਾ ਹੈ। ਅਸੀਂ ਤੁਹਾਡੀ ਮਦਦ ਹਿਊਮਨ ਰਾਈਟਸ ਦੇ ਤੌਰ 'ਤੇ ਕਰਾਂਗੇ। ਜੇ ਤੁਹਾਡੇ ਕੋਲ ਸਮਰੱਥਾ ਨਹੀਂ ਹੈਗੀ, ਅਸੀਂ ਨਾਲ ਚੱਲਾਂਗੇ ਤੁਹਾਡੇ। ਸਾਡੀ ਇਹ ਕੋਸ਼ਿਸ਼ ਆ, ਅਤੇ ਜੇ ਸਾਡੀ ਇਹ ਕੋਸ਼ਿਸ਼ ਹੋ ਸਕਦੀ ਆ ਬੀਇੰਗ ਅ ਲਾਇਰ ਜਾਂ ਇੱਕ ਐਸੋਸੀਏਸ਼ਨ ਆ ਸਾਡੀ ਹਿਊਮਨ ਰਾਈਟਸ ਦੀ, ਵਾਈ ਨਾਟ ਦੀ ਪੋਲੀਟੀਸ਼ੀਅਨ ਜਿਨ੍ਹਾਂ ਦਾ ਪਹਿਲਾ ਧਰਮ ਸੇਵਾ ਹੈ। ਸੋ ਆਸ ਕੀਤੀ ਜਾ ਸਕਦੀ ਹੈ ਕਿ ਇਹ ਮਾਮਲਾ ਠੀਕ ਹੋ ਜਾਏਗਾ। ਆਸ ਅਸੀਂ ਵੀ ਕਰਾਂਗੇ ਵੀ ਖੈਰ ਇੱਕ ਸਮਾਂ ਉਹ ਸੀ ਜਦੋਂ
ਦਵਿੰਦਰ ਘੁਬਾਇਆ ਜੀ ਨੇ ਇੱਕ ਮਹਿਲਾ ਪੁਲਿਸ ਅਧਿਕਾਰੀ ਦਾ ਜੁੱਲੀ ਬਿਸਤਰਾ ਗੋਲ ਕਰਵਾਇਆ ਸੀ। ਪਰ ਅੱਜ ਕਿਉਂਕਿ ਉਹਨਾਂ ਨੇ ਖੁਦ ਕਿਹਾ ਹੈ ਤੇ ਆਸ ਇਹ ਕਰਾਂਗੇ ਕਿ ਉਹ ਆਪਣੇ ਗਨਮੈਨ ਦਾ ਘਰ ਵਸਾਉਣ 'ਚ ਇੱਕ ਬਣਦੀ ਭੂਮਿਕਾ ਵੀ ਅਦਾ ਕਰਨਗੇ, ਕਿਉਂਕਿ ਸਵਾਲ ਉਦੋਂ ਉੱਠਣਾ ਲਾਜ਼ਮੀ ਹੈ ਜਦੋਂ ਇੱਕ ਅਹੁਦੇਦਾਰ ਵਿਧਾਇਕ ਸਿਟਿੰਗ ਐਮਐਲਏ ਦਾ ਗਨਮੈਨ ਅਜਿਹੀ ਹਰਕਤ ਕਰੇ। 376 ਤੋਂ ਬਚਣ ਲਈ ਪਹਿਲਾਂ ਅਬੋਰਸ਼ਨ ਤੇ ਫਿਰ ਵਿਆਹ ਕਰਵਾਵੇ ਕੁੜੀ ਦੇ ਨਾਲ, ਉਸ ਤੋਂ ਬਾਅਦ ਵਿਆਹ ਕਰਵਾਉਣ ਤੋਂ ਬਾਅਦ ਹੁਣ ਫਿਰ ਤਸ਼ੱਦਦ ਤੇ ਆਪਣੇ ਹੀ ਬੱਚੇ ਨੂੰ ਵੀ ਕਹਿ ਕੇ ਨਕਾਰੇ ਕਿ ਇਹ ਮੇਰਾ ਬੱਚਾ ਹੀ ਨਹੀਂ। ਡੀਐਨਏ ਹੋ ਸਕਦਾ ਹੈ, ਕਰਵਾਓ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ। ਜੇ ਕੁੜੀ ਗਲਤ ਨਿਕਲੀ ਤਾਂ ਇਸ ਨੂੰ ਸਜ਼ਾ ਦਿੱਤੀ ਜਾਵੇ, ਪਰ ਜੇ ਕਾਂਸਟੇਬਲ ਦੀ ਗਲਤੀ ਹੈ ਤਾਂ ਪੁਲਿਸ ਤੋਂ ਵੀ ਉਮੀਦ ਕਰਾਂਗੇ ਕਿ ਪੁਲਿਸ ਨੇ ਜਿਵੇਂ ਹੁਣ ਜੈਪਾਲ ਭੁੱਲਰ ਜਾਂ ਜੱਸੀ ਖਰੜ ਦੇ ਐਨਕਾਊਂਟਰ ਨੂੰ ਬੜੀ ਫਟਾਫਟ ਅੰਜਾਮ ਦਿੱਤਾ ਹੈ ਤੇ ਆਪਣੇ ਕਾਂਸਟੇਬਲ ਤੇ ਵੀ ਕਾਰਵਾਈ ਇੰਜ ਫਟਾਫਟ ਹੀ ਕੀਤੀ ਜਾਵੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।